ਲੰਬੇ ਸਮੇਂ ਤੋਂ ਸਿਮਰਨ ਸਿੰਘ ਮਾਨ ਲੱਗੇ ਹੋਏ ਨੇ ਕਿ ਅਸੀਂ ਸਿੱਖਾਂ ਦਾ ਵੱਖਰਾ ਸੂਬਾ ਬਣਾਉਣਾ ਹੈ, ਪਰ ਅਜੇ ਤੱਕ ਮੰਗ ਪੂਰੀ ਨਹੀਂ ਹੋਈ। ਘਾਟ ਕਿੱਥੇ ਰਹਿ ਗਈ? ਸਿੱਖ ਰਾਜ ਦਾ ਮਤਲਬ ਇਹ ਹੈ ਕਿ ਮਨੁੱਖਤਾ ਦੇ ਪੱਖ 'ਚ ਇੱਕ ਸੂਬਾ ਖੜਾ ਹੋਏ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭੋਗ ਤੇ 4-5 ਲੱਖ ਦਾ ਇਕੱਠ ਹੋਇਆ। ਉਹ ਹਾਰ ਦੇ ਵਿੱਚ ਤੁਹਾਡੀ 'ਚ ਕਿਵੇਂ ਤਬਦੀਲ ਹੋ ਗਿਆ? ਉਸ ਟਾਈਮ ਜਿੱਤ ਦੇ ਨਾਅਰੇ ਸੀ ਕਿ ਸਿਮਰਨ ਸਿੰਘ ਮਾਨ ਨੂੰ ਜਿਤਾ ਕੇ ਭੇਜਣਾ, ਪਰ ਹਾਰ ਦੇ ਵਿੱਚ ਕਿਉਂ ਤਬਦੀਲ ਹੋਇਆ? ਮੇਰਾ ਖਿਆਲ ਹੈ ਲੋਕ ਕਾਂਗਰਸ ਤੇ ਬਾਦਲ ਤੋਂ, ਜਿਨ੍ਹਾਂ ਨੂੰ ਸੈਂਟਰ ਨੇ ਬਾਰ-ਬਾਰ ਚੱਕ ਕੇ ਪੰਜਾਬ ਦੀ ਵਾਂਗਡੋਰ ਧੱਕੇ ਨਾਲ ਫੜਾਈ ਸੀ, ਸਾਡੇ ਤੋਂ ਵਾਂਝਾ ਕਰਕੇ ਸੰਗਤ ਨੂੰ ਕਿ ਇਹਨਾਂ ਦੇ ਹੱਥ ਨਾ ਆ ਜੇ, ਉਹਨਾਂ ਦੀਆਂ ਇੰਨੀਆਂ ਮਾੜੀਆਂ ਕਰਤੂਤਾਂ ਸੀਗੀਆਂ ਕਿ ਲੋਕੀ ਐਤਕੀ ਬਸ ਇਹੀ ਚਾਹੁੰਦੇ ਸੀ ਕਿ ਇਹ ਦੋਵਾਂ ਦੇ ਹੱਥ 'ਚ ਨਾ ਸਰਕਾਰ ਚਲੇ ਜਾਏ। ਮਾਨ ਸਾਹਿਬ ਜਿੱਤੇ ਸੀ, ਉਸ ਟਾਈਮ ਦੇ ਵਿੱਚ ਵਜ਼ੀਰੀ ਕਿਉਂ ਨਹੀਂ ਸਮਝੀ? ਲੋਕ ਇਹ ਸਵਾਲ ਕਰਦੇ ਨੇ ਕਿ ਉਸ ਟਾਈਮ ਦੇ ਵਿੱਚ ਇੱਕੇ ਅੜੀਅਲ ਰਵੱਈਏ ਨਾਲ ਚੱਲ ਕੇ ਅਸੀਂ 2.5 ਫੁੱਟ ਦੀ ਕਿਰਪਾਨ ਲੈ ਕੇ ਵਿਧਾਨ ਸਭਾ ਜਾਣਾ। ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਸੀ, ਪਰ ਜਿਤਾਉਣ ਤੋਂ ਬਾਅਦ ਲੋਕਾਂ ਦੇ ਮੁੱਦੇ ਚੁੱਕਣੇ ਸੀ, ਚੁੱਕੀ ਤੁਸੀਂ ਕਿਰਪਾਨ। ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਮਰਨ ਸਿੰਘ ਮਾਨ ਖਾਲਿਸਤਾਨ ਨੂੰ ਲੈ ਕੇ ਸਿਆਸਤ ਕਰਦੇ ਨੇ, ਹਰ 5 ਸਾਲ ਬਾਅਦ ਵਿਦੇਸ਼ੋਂ ਡਾਲਰ ਇਕੱਠੇ ਕਰਦੇ ਨੇ, ਆਪਣੇ ਘਰ ਬੈਠ ਜਾਂਦੇ। ਜੇ ਤਾਂ ਕੇਜਰੀਵਾਲ ਦੇ ਮੁਕਾਬਲੇ 'ਚ ਹੋਣਾ ਸੀਗਾ, ਪਰ ਬਾਹਰਲੇ ਜਿਹੜੇ ਡਾਲਰ ਹੈ ਉਹ ਗਏ ਤਾਂ ਆਮ ਆਦਮੀ ਪਾਰਟੀ ਨੂੰ ਹੈ। ਖਾਲਿਸਤਾਨ ਦੀ ਤੁਹਾਡੀ ਮੰਗ ਹੁੰਦੀ ਹੈ ਕਿ ਅਸੀਂ ਵੱਖਰਾ ਸੂਬਾ ਬਣਾਉਣਾ ਹੈ, ਕਦੇ ਲੱਗਦਾ ਪੂਰੀ ਹੋਊਗੀ? ਫਤਿਹਗੜ੍ਹ ਸਾਹਿਬ ਜਦ ਛੋਟੇ ਸਾਹਿਬਜ਼ਾਦੇ ਚੁਣਾਤੇ ਸੀਗੇ, ਉਦੋਂ ਕਿਸੇ ਨੂੰ ਕਹਿੰਦੇ ਕਿ ਕਦੀ ਸਿੱਖ ਮੁੜ ਕੇ ਇਸ ਧਰਤੀ ਦੇ ਉੱਤੇ ਰਾਜ ਕਰ ਸਕਣਗੇ, ਤਾਂ ਉਦੋਂ ਕੀ ਜਵਾਬ ਆਉਣਾ? ਅੱਛਾ, ਗੁਰਪੰਥ ਪੰਨੂ ਦੇ ਬਿਆਨ ਨਾਲ ਸਹਿਮਤ ਹੋ? ਜਿਸ ਤਰੀਕੇ ਨਾਲ ਉਹ ਖਾਲਿਸਤਾਨ ਬਣਾਉਣ ਦੀਆਂ ਲਗਾਤਾਰ ਸਪੀਚਾਂ ਦਿੰਦੇ ਨੇ ਕਿ ਤੁਸੀਂ ਖਾਲਿਸਤਾਨ ਬਣਾ ਦਿਓ, ਉੱਥੇ ਝੰਡਾ ਲਾ ਦਿਓ, ਉੱਥੇ ਇਹ ਕਰ ਦਿਓ, ਇਸ ਨਾਲ ਸਿਮਰਨ ਸਿੰਘ ਮਾਨ ਤੇ ਤੁਸੀਂ ਸਹਿਮਤ ਹੋ? ਜੇ ਉਹ ਟੈਰਰਿਸਟ ਹੈ, ਅਮਰੀਕਾ ਉਹਨਾਂ ਨੂੰ ਫੜਦਾ ਕਿਉਂ ਨਹੀਂ? ਅਮਰੀਕਾ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਪਾਉਂਦਾ? ਉੱਥੋਂ ਅਮਰੀਕਾ ਚੱਕ ਕੇ ਇੱਥੇ ਕਿਉਂ ਨਹੀਂ ਭੇਜਦਾ ਹੈਗਾ? ਵੱਡੇ ਉੱਤੇ ਤੰਜ ਕੱਸਣ ਵਾਲੇ ਸ਼ਿਵ ਸੈਨਾ ਵਾਲੇ ਨਿਸ਼ਾਨ ਸ਼ਰਮਾ ਹੋ ਗਏ, ਪ੍ਰਵਿੰਦਰ ਭੱਟੀ ਵਰਗੇ ਹੋ ਗਏ, ਉਹ ਕਹਿੰਦਾ ਜ਼ੋਰ ਲਾ ਲੈਣ, ਕਹਿੰਦਾ ਕਿ ਬੁੱਢਾ ਸ਼ੇਰ ਹੋ ਗਿਆ ਸਿਮਰਨ ਸਿੰਘ ਮਾਨ, ਹੁਣ ਖਾਲਿਸਤਾਨ ਨੂੰ ਭੁੱਲ ਜੇ। ਸਤਿ ਸ੍ਰੀ ਅਕਾਲ, ਤੁਸੀਂ ਜੁੜੇ ਹੋ HN1 ਨਿਊਜ਼ ਚੈਨਲ ਦੇ ਨਾਲ। ਹਮੇਸ਼ਾ ਸਿੱਖ ਰਾਜ ਦੀ ਗੱਲ ਹੁੰਦੀ ਹੈ ਕਿ ਸਿੱਖ ਨੂੰ ਇੱਕ ਵੱਖਰੀ ਸਟੇਟ ਬਣਾਉਣਾ ਚਾਹੀਦਾ ਹੈ, ਪਰ ਇਸ ਮੰਗ ਨੂੰ ਲੈ ਕੇ ਕਾਫੀ ਲੰਬੇ ਸਮੇਂ ਤੋਂ ਸੰਘਰਸ਼ ਲੜ ਰਹੇ ਉਹ ਯੋਧਾ, ਜਿਨ੍ਹਾਂ ਨੇ ਕਾਫੀ ਮੁਸ਼ਕਿਲਾਂ ਵੀ ਝੱਲੀਆਂ ਨੇ, ਕਾਫੀ ਕੇਸ ਵੀ ਪਏ ਨੇ, ਤੇ ਅੱਜ ਕੱਲ੍ਹ ਵੀ ਉਸੀ ਆਪਣੇ ਦ੍ਰਿੜ ਇਰਾਦੇ ਨਾਲ ਚੱਲ ਰਹੇ ਨੇ ਕਿ ਅਸੀਂ ਆਪਣਾ ਸਿੱਖਾਂ ਦਾ ਇੱਕ ਵੱਖਰਾ ਸੂਬਾ ਬਣਾਉਣਾ ਚਾਹੁੰਦੇ ਹਾਂ, ਜਿਸ ਦੇ ਵਿੱਚ ਕਿ ਸਾਨੂੰ ਆਪਣੇ ਹੱਕ ਮਿਲਣੇ ਚਾਹੀਦੇ ਨੇ। ਆਪਣੇ ਹੱਕਾਂ ਪ੍ਰਤੀ ਹਰ ਇਨਸਾਨ ਨੂੰ ਜਾਗਰੂਕ ਵੀ ਕਰ ਰਹੇ ਨੇ। ਤਾਂ ਇਸ ਨੂੰ ਲੈ ਕੇ ਸਿਮਰਨ ਸਿੰਘ ਮਾਨ ਉਹ ਨਾਮ ਹੈ ਜਿਨ੍ਹਾਂ ਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਉਹਨਾਂ ਨੂੰ ਬੱਚਾ ਬੱਚਾ ਜਾਣਦਾ। ਤੇ ਉਹਨਾਂ ਦੇ ਬੇਟੇ ਇਮਾਨ ਸਿੰਘ ਮਾਨ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਰ ਇੱਕ ਮੁੱਦੇ ਤੇ, ਚੋਣਾਂ ਦੇ ਮੁੱਦੇ ਤੇ ਵੀ, ਸਿੱਖੀ ਦੇ ਮੁੱਦੇ ਤੇ ਵੀ, ਤੇ ਨਾਲ ਦੀ ਨਾਲ ਜਿਹੜਾ ਵੱਖਰਾ ਸੂਬਾ ਬਣਾਉਣ ਦੀ ਗੱਲ ਕਰ ਰਹੇ ਨੇ, ਉਹ ਸੂਬੇ ਦੇ ਵਿੱਚ ਹੁਣ ਤੱਕ ਕਿੰਨੇ ਕਾਮਯਾਬ ਹੋਏ ਨੇ। ਮਾਨ ਸਾਹਿਬ ਸਵਾਗਤ ਹੈ ਤੁਹਾਡਾ। ਵਾਹਿ ਖਾਲਸਾ ਵਾਹਿ ਫਤਿਹ। ਸਭ ਤੋਂ ਪਹਿਲਾ ਸਵਾਲ ਹੈ ਜੀ, ਕਾਫੀ ਲੰਬੇ ਸਮੇਂ ਤੋਂ ਸਿਮਰਨ ਸਿੰਘ ਮਾਨ ਲੱਗੇ ਹੋਏ ਨੇ ਕਿ ਅਸੀਂ ਸਿੱਖਾਂ ਦਾ ਵੱਖਰਾ ਸੂਬਾ ਬਣਾਉਣਾ ਹੈ, ਪਰ ਅਜੇ ਤੱਕ ਮੰਗ ਪੂਰੀ ਨਹੀਂ ਹੋਈ। ਘਾਟ ਕਿੱਥੇ ਰਹਿ ਗਈ? ਜਿਹੜਾ ਸਿੱਖ ਸੂਬਾ ਹੈ, ਇਹ ਉਸ ਸਮੇਂ ਸ਼ੁਰੂ ਹੋ ਗਿਆ ਸੀ ਜਦ ਭਗਤ ਰਵਿਦਾਸ, ਭਗਤ ਕਬੀਰ ਸਾਹਿਬ ਨੇ ਜਾਤ ਪਾਤ ਤੋਂ ਵੱਖਰੇ ਹੋ ਕੇ ਮਨੁੱਖਤਾ ਨੂੰ ਗੁਰੂ ਨਾਲ ਸਿੱਧਾ ਜੋੜਿਆ ਸੀਗਾ। ਇਹ ਸੋਚ ਬਾਬਰ ਤੂੰ ਹੈ ਜਾਬਰ ਗੁਰੂ ਨਾਨਕ ਸਾਹਿਬ ਨੇ ਕਹੀ ਸੀ, ਜਿਨ੍ਹਾਂ ਨੇ ਜਨੇਊ ਪਹਿਨਣ ਤੋਂ ਮਨਾ ਕਰਕੇ ਆਪਣਾ ਇੱਕ ਵੱਖਰਾ ਰਾਹ ਚੁਣਿਆ ਸੀਗਾ, ਜਿਹਦੇ ਵਿੱਚ ਉਹਨਾਂ ਨੇ ਮਨੁੱਖਤਾ ਨੂੰ ਗੁਰੂ ਅਧੀਨ, ਰੱਬ ਅਧੀਨ ਕੀਤਾ ਸੀਗਾ। ਮੀਰੀ ਪੀਰੀ ਦੇ ਮਾਲਕਾਂ ਨੇ ਸਾਨੂੰ ਦੁਨਿਆਵੀ ਰੂਪ 'ਚ ਜੱਦੋ ਜਹਿਦ ਕਰਨ ਦਾ ਹੁਕਮ ਕੀਤਾ। ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਜਦ ਆਪਣੀ ਕੁਰਬਾਨੀ ਦਿੱਤੀ ਹਿਊਮਨ ਰਾਈਟਸ ਵਾਸਤੇ, ਮਨੁੱਖਤਾ ਵਾਸਤੇ, ਉਦੋਂ ਵੀ ਉਹਨਾਂ ਨੇ ਸਾਨੂੰ ਇੱਕ ਇਹੋ ਜਿਹੀ ਆਦੇਸ਼ ਦਿੱਤੇ ਸੀ ਕਿ ਜ਼ਬਰ ਦੇ ਅਧੀਨ ਅਸੀਂ ਨਹੀਂ ਰਹਿਣਾ ਹੈਗਾ, ਉਹਦੇ ਬਰਖਲਾਫ ਖੜਨਾ ਹੈ। ਦਸਮ ਪਿਤਾ ਨੇ ਖਾਲਸਾ ਪੰਥ ਸਥਾਪਿਤ ਕੀਤਾ ਔਰ ਜੱਦੋ ਜਹਿਦ ਕਰਦੇ, ਲੜਾਈਆਂ ਕਰਦੇ, ਆਪਣਾ ਰਾਜ ਸਥਾਪਿਤ ਕਰਦੇ ਹੋਏ ਉਹਨਾਂ ਦਾ ਸਮਾਂ ਬੀਤ ਗਿਆ। ਗੁਰੂ ਸਾਹਿਬ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਨੇ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ, ਜਿਹਦੀ ਹੁਣ ਸ਼ਤਾਬਦੀ ਫਤਿਹਗੜ੍ਹ ਸਾਹਿਬ ਮਨਾਈ ਜਾਊਗੀ ਕੁਝ ਦਿਨਾਂ ਦੇ ਵਿੱਚ। ਸਾਡੀ ਉਦੋਂ ਖੁਸ਼ਗੀ। ਉਸ ਤੋਂ ਬਾਅਦ ਮਿਸਲਦਾਰ ਸਿੰਘਾਂ ਨੇ ਦਿੱਲੀ ਫਤਿਹ ਕੀਤਾ, ਸਰ ਭਗੇਲ ਸਿੰਘ ਨੇ, ਔਰ ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਆਇਆ, ਜਿਸ ਨੂੰ ਖੁਸ਼ ਕਰਤਾ ਸੀਗਾ ਬਰਤਾਨੀਆ ਨੇ।
ਉਹਦੇ ਬਰਖਲਾਫ ਸਿੰਘ ਸਭਾ ਲਹਿਰ ਉੱਠੀ ਹੈਗੀ ਹੈ, ਜਿਸ ਨੇ ਆਜ਼ਾਦ ਗੁਰੂ ਘਰ ਸਾਨੂੰ ਬਖਸ਼ੇ, ਸਾਨੂੰ ਸਭ ਤੋਂ ਪਹਿਲੀ ਜਮਹੂਰੀਅਤ ਪਸੰਦ ਕੌਮ ਬਣਾਇਆ, ਔਰ ਸਾਨੂੰ ਜਿਹੜੀ ਇਸ ਦੇਸ਼ ਦੀ ਆਜ਼ਾਦੀ ਹੋਈ ਸੀ ਉਹਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਵਾਅਦਾ ਕੀਤਾ ਸੀ ਕਿ ਤੁਹਾਨੂੰ ਆਜ਼ਾਦੀ ਦਾ ਚਾਨਣਾ ਮਿਲੂਗਾ ਉਰੇ। ਅਫਸੋਸ ਦੀ ਗੱਲ ਇਹ ਹੈ ਕਿ ਸਾਡੇ ਪਾਣੀ ਖੋਏ ਗਏ ਆ, ਸਾਡੀ ਬੋਲੀ ਦੇ ਵਾਸਤੇ ਸਾਨੂੰ ਜਦੋਜਹਿਦ ਕਰਨੀ ਪਈ ਹੈ, ਜਿਹੜੀ ਸਾਨੂੰ ਗੁਰੂ ਅੰਗਦ ਸਾਹਿਬ ਨੇ ਗੁਰਮੁਖੀ ਦਿੱਤੀ ਸੀਗੀ, ਔਰ ਇਹ ਰਾਹ ਦੇ ਉੱਤੇ ਸਾਨੂੰ ਫਿਰ ਮੁੜ ਕੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੇ ਤੋਰਿਆ ਸੀਗਾ, ਔਰ ਉਹ ਲੜਾਈ ਨੂੰ ਅੱਗੇ ਲੈ ਕੇ ਜਾਂਦੇ ਰਹੇ ਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੀਤੀ ਹੈ, ਭਾਈ ਦੀਪ ਸਿੰਘ ਨੇ ਇਸ ਨੂੰ ਸਿਆਣਾ ਸੀਗਾ, ਔਰ ਇਹ ਸਾਡੀ ਕੋਸ਼ਿਸ਼ ਹਮੇਸ਼ਾ ਰਹੀ ਹੈ। ਸਿੱਖ ਰਾਜ ਦਾ ਮਤਲਬ ਇਹ ਹੈ ਕਿ ਮਨੁੱਖਤਾ ਦੇ ਪੱਖ 'ਚ ਇੱਕ ਸੂਬਾ ਖੜਾ ਹੋਏ, ਉਹਦੇ ਵਿੱਚ ਹਰੇਕ ਵਰਗ, ਹਰੇਕ ਜਾਤ, ਹਰੇਕ ਸੋਚ, ਹਰੇਕ ਧਰਮ ਉੱਥੇ ਬਸ ਸਕਦਾ ਹੈਗਾ। ਸਿੱਖ ਰਾਜ ਦਾ ਮਤਲਬ ਇਹ ਹੈ ਕਿ ਹਲੀਮੀ ਦਾ ਰਾਜ ਹੋਏ, ਸਰਬੱਤ ਤੇ ਭਲਾ ਦਾ ਰਾਜ ਹੋਏ, ਔਰ ਸਿੱਖ ਰਾਜ ਦਾ ਮਤਲਬ ਇਹ ਹੈ ਕਿ ਅਸੀਂ ਕਿਸੇ ਦੇ ਜ਼ਬਰ ਅਧੀਨ ਨਾ ਰਹੀਏ। ਜਿਵੇਂ ਸਾਡੇ ਉੱਤੇ ਕਾਲੇ ਕਾਨੂੰਨ ਲਾਏ ਜਾਂਦੇ ਆ, ਸਾਡੇ ਪਾਣੀ ਖੋਏ ਜਾਂਦੇ ਆ, ਸਾਡੀ ਬੋਲੀ ਨੂੰ ਸਾਡੇ ਤੋਂ ਵਾਂਝਾ ਕੀਤਾ ਜਾਂਦਾ, ਸਾਡੇ ਉੱਤੇ ਹਿੰਦੀ ਥੋਪੀ ਜਾਂਦੀ ਹੈ, ਇਹੋ ਜਿਹੀਆਂ ਚੀਜ਼ਾਂ ਤੋਂ ਅਸੀਂ ਆਪਣਾ ਰਾਜ ਸਥਾਪਿਤ ਕਰਨਾ ਚਾਹੁੰਦੇ ਹਾਂ, ਤੇ ਇਹਦੀ ਲੜਾਈ ਹਮੇਸ਼ਾ ਹੀ ਚੱਲਦੀ ਰਹੂਗੀ। ਦੇਸ਼ ਦੇ ਸੰਵਿਧਾਨ ਨੂੰ ਮੰਨਦੇ ਤੁਸੀਂ? ਸਿਮਰਜੀਤ ਸਿੰਘ ਮਾਨ ਮੰਨਦੇ, ਤੁਸੀਂ ਮੰਨਦੇ ਹੋ? ਅਸੀਂ ਘੜੀ ਮੁੜੀ ਦੇਸ਼ ਦੇ ਸੰਵਿਧਾਨ ਅਧੀਨ ਅਸੀਂ ਇਲੈਕਸ਼ਨ ਲੜਦੇ ਰਹੇ ਹੈਗੇ ਆ। ਦੇਸ਼ ਦਾ ਸੰਵਿਧਾਨ ਆਰਟੀਕਲ ਧਾਰਾ 51 ਅਧੀਨ ਯੂਨਾਈਟਿਡ ਨੇਸ਼ਨ ਦੇ ਚਾਰਟਰ ਨੂੰ ਮੰਨਦਾ ਹੈਗਾ, ਔਰ ਯੂਨਾਈਟਿਡ ਨੇਸ਼ਨ ਦਾ ਚਾਰਟਰ ਹੈਗਾ ਜਿਹਦੇ ਵਿੱਚ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਹਰੇਕ ਬੰਦਿਆਂ ਦੀ ਹੈਗੀ ਹੈ। ਸੋ ਮੰਨਦਿਆਂ ਹੋਇਆਂ ਵੀ ਅਸੀਂ ਆਪ ਦੀ ਮੰਗ ਰੱਖਦੇ ਹਾਂ। ਪਰ ਹਾਰਨ ਦਾ ਕਾਰਨ ਕੀ ਬਣਦਾ? ਹਰ 5 ਸਾਲ ਬਾਅਦ ਖੜਦੇ ਨੇ ਸਿਮਰਜੀਤ ਸਿੰਘ ਮਾਨ, ਹਾਂਜੀ, ਪਰ ਕਾਫੀ ਵੋਟਾਂ ਤੋਂ ਹਾਰ ਜਾਂਦੇ ਨੇ। ਜੇ ਤੁਸੀਂ ਦੇਖੋ 1999 'ਚ ਬਹੁਤ ਵੱਡੀ ਜਿੱਤ ਹੋਈ ਸੀਗੀ, ਉਸ ਤੋਂ ਉਪਰੰਤ ਜਦ ਅਸੈਂਬਲੀ ਦੀਆਂ ਚੋਣਾਂ ਆਈਆਂ ਸੀਗੀਆਂ, ਉਰੇ ਜਿਹੜੀ ਉਸ ਸਮੇਂ ਦੀ ਸਰਕਾਰ ਸੀਗੀ ਉਸਨੇ ਇੱਕ ਬਹੁਤ ਕਾਨੂੰਨੀ ਤਰੀਕੇ ਨਾਲ ਇਲੈਕਸ਼ਨ ਰੱਦ ਕਰਤੇ ਸੀ ਪੀਵੀ ਨਰਸਿਮਹਾ ਰਾਓ ਨੇ। ਉਦੋਂ ਜਿੱਤ ਸਪਸ਼ਟ ਸੀਗੀ। ਉਸ ਤੋਂ ਉਪਰੰਤ ਅਜ਼ਾਰ ਆਲਮ ਵਰਗੇ ਜਿਹੜੇ ਉਰੇ ਅਫਸਰ ਰਹਿ ਚੁੱਕੇ ਆ, ਸੁਮੇਧ ਸੈਣੀ ਵਰਗਿਆਂ ਨੇ ਜੋ ਲਹੂ ਲਹਾਨ ਸਿੱਖਾਂ ਨੂੰ ਕੀਤਾ, ਇੰਨਾ ਡਰਾਬਾ ਲੋਕਾਂ 'ਚ ਪਾਤਾ ਕਿ ਇਸ ਇਲਾਕੇ ਤੇ ਤਾਂ ਜੇ ਕੋਈ ਪਰਨਾ ਵੀ ਬੰਨ੍ਹਦਾ ਹੁੰਦਾ ਸੀਗਾ, ਉਹਦੇ ਮਾਪੇ ਕਹਿੰਦੇ ਸੀਗੇ ਕਿ ਤੂੰ ਪਰਨਾ ਨਾ ਪਾਇਆ ਕਰ, ਤੂੰ ਆਪਦਾ ਸਿਰ ਨੰਗਾ ਰੱਖ, ਤੈਨੂੰ ਪੁਲਿਸ ਚੱਕ ਕੇ ਲੈ ਜੂਗੀ। ਪੁਲਿਸ ਦੀ ਜ਼ਬਰ ਨੇ ਲਗਾਤਾਰ ਲੋਕਾਂ ਦੇ ਇੰਨੇ ਘਰਾਂ ਕੱਢ ਕੇ ਮਾਰਿਆ, ਕੁੱਟਿਆ, ਉਹਨਾਂ ਨੂੰ ਇਹਨਾਂ ਦਬਾਇਆ ਕਿ ਜਦੋਂ ਵੀ ਚੋਣ ਆਉਣੀ ਲੋਕ ਐਂ ਕਹਿੰਦੇ ਸੀ ਕਿ ਯਾਰ ਐਂ ਨਾ ਹੋ ਜੇ ਕਿ ਸਾਡੇ ਉੱਤੇ ਰੇਡਾਂ ਪੈਣ। ਸਾਡੇ ਹਰੇਕ ਜਥੇਦਾਰ ਦੇ ਘਰ ਦੇ ਉੱਤੇ ਰੇਡਾਂ ਪੈ ਚੁੱਕੀਆਂ, ਕਦੀ ਵੀ ਪ੍ਰੋਗਰਾਮ ਦੇਣਾ ਸਾਨੂੰ ਗ੍ਰਿਫਤਾਰ ਕਰ ਦੇਣਾ। ਪਿਛਲੇ 20-30 ਸਾਲਾਂ ਦੇ ਵਿੱਚ ਪਾਰਟੀ ਉਹ ਯੋਧਿਆਂ ਦੀ ਹੁਣ ਰਹਿ ਗਈ ਹੈ ਜਿਨ੍ਹਾਂ ਨੇ ਸਭ ਕੁਝ ਸਹਿ ਲਿਆ ਹੈਗਾ। ਆਮ ਸੰਗਤ ਨੂੰ ਜ਼ਬਰ ਅਧੀਨ ਐਕਸਟਰਾ ਜੁਡੀਸ਼ੀਅਲ ਕਿਲਿੰਗ ਰਾਹੀਂ ਇਹ ਸਟੇਟ ਨੇ ਸਾਡੇ ਕਾਡਰ ਨੂੰ ਬਿਲਕੁਲ ਖਤਮ ਕਰਨ ਦਾ ਯਤਨ ਹੋਇਆ। ਇਹ ਤਾਂ ਹੁਣ ਜਿਹੜਾ ਸਰ ਦੀਪ ਸਿੰਘ ਹੋਣਾ ਨੇ ਕਾਲੇ ਕਾਨੂੰਨਾਂ ਨੇ ਜਾਗਰੂਕ ਸੰਗਤ ਨੂੰ ਕੀਤਾ ਹੈ, ਇਹ ਮੁੜ ਜੁੜ ਰਹੀ ਹੈਗੀ ਹੈ, ਤੇ ਹੁਣ ਸਾਡੇ ਪਾਰਟੀ ਦੇ ਵਾਅਦੇ ਹੋ ਰਹੇ ਹੈਗੇ ਆ। ਸੋ ਹਾਰ ਦੇ ਕਾਰਨ ਮੇਰੇ ਹਿਸਾਬ 'ਚ ਇਹੀ ਮੁੱਖ ਹੈ ਕਿ ਬੇਅੰਤ ਵਰਗੀਆਂ ਸਰਕਾਰਾਂ ਨੇ, ਭੱਠਲ ਵਰਗੀਆਂ ਸਰਕਾਰਾਂ ਨੇ, ਬਾਦਲ ਵਰਗੀਆਂ ਸਰਕਾਰਾਂ ਨੇ, ਜਿਵੇਂ ਤੁਸੀਂ ਦੇਖਦੇ ਹੈਗੇ ਹੋ ਬਰਗਾੜੀ ਦੇ ਵਿੱਚ ਸਿੱਖਾਂ ਦਾ ਕਤਲ ਕੀਤਾ, ਮਾਰਿਆ, ਜ਼ਬਰ ਕੀਤਾ ਤੇ ਦਬਾ ਕੇ ਕੁਚਲ ਕੇ ਲੋਕਾਂ ਨੂੰ ਸਾਡੇ ਤੋਂ ਵਾਂਝਾ ਕੀਤਾ। ਇਹ ਮੈਂ ਸਮਝਦਾ ਕਿ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਭੋਗ ਤੇ 4-5 ਲੱਖ ਦਾ ਇਕੱਠ ਹੋਇਆ, ਉਹ ਹਾਰ ਦੇ ਵਿੱਚ ਤੁਹਾਡੇ 'ਚ ਕਿਵੇਂ ਤਬਦੀਲ ਹੋ ਗਿਆ? ਉਸ ਟਾਈਮ ਜਿੱਤ ਦੇ ਨਾਅਰੇ ਸੀ ਕਿ ਸਿਮਰਜੀਤ ਸਿੰਘ ਮਾਨ ਨੂੰ ਜਿਤਾ ਕੇ ਭੇਜਣਾ, ਪਰ ਹਾਰ ਦੇ ਵਿੱਚ ਕਿਉਂ ਤਬਦੀਲ ਹੋਇਆ? ਮੇਰਾ ਖਿਆਲ ਹੈ ਲੋਕ ਕਾਂਗਰਸ ਤੇ ਬਾਦਲ ਤੋਂ, ਜਿਨ੍ਹਾਂ ਨੂੰ ਸੈਂਟਰ ਨੇ ਬਾਰ-ਬਾਰ ਚੱਕ ਕੇ ਪੰਜਾਬ ਦੀ ਵਾਂਗਡੋਰ ਧੱਕੇ ਨਾਲ ਫੜਾਈ ਸੀ, ਸਾਡੇ ਤੋਂ ਵਾਂਝਾ ਕਰਕੇ ਸੰਗਤ ਨੂੰ ਕਿ ਇਹਨਾਂ ਦੇ ਹੱਥ ਨਾ ਆ ਜੇ, ਉਹਨਾਂ ਦੀਆਂ ਇੰਨੀਆਂ ਮਾੜੀਆਂ ਕਰਤੂਤਾਂ ਸੀਗੀਆਂ ਕਿ ਲੋਕੀ ਐਤਕੀ ਬਸ ਇਹੀ ਚਾਹੁੰਦੇ ਸੀ ਕਿ ਇਹ ਦੋਵਾਂ ਦੇ ਹੱਥ 'ਚ ਨਾ ਸਰਕਾਰ ਚਲੇ ਜੇ। ਤੇ ਸਰ ਦੀਪ ਸਿੰਘ ਸਿੱਧੂ ਜੇ ਪਹਿਲਾਂ ਸਾਡੇ ਨਾਲ ਤੁਰਦੇ ਤੇ ਸਾਡੀ ਸੋਚ ਪਹਿਲਾਂ ਉੱਭਰਦੀ ਤਾਂ ਮੇਰਾ ਖਿਆਲ ਹੈ ਬਹੁਤ ਸਮੇਂ ਇਹ ਤਬਦੀਲੀ ਸਾਡੇ ਪੱਖ 'ਚ ਆ ਸਕਦੀ ਸੀਗੀ। ਪਰ ਜਿਹੜੀਆਂ ਬਾਹਰਲੀਆਂ ਸੰਗਤਾਂ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪੈਸੇ ਤੇ ਸਾਧਨ, ਤੇ ਉਹਨਾਂ ਨੂੰ ਪੈਸੇ ਤੇ ਸਾਧਨ ਲਈ ਇੰਨੇ ਜਥੇਦਾਰ ਤੇ ਇਨਫਰਾਸਟ੍ਰਕਚਰ ਖੜਾ ਕਰਤਾ। ਮੈਂ ਕਹਿੰਦਾ ਉਰੇ ਕੋਈ ਮੋੜ ਨਹੀਂ ਹੈਗਾ ਜਿਹਦੇ ਉੱਤੇ ਇੱਕ ਵਾਰ ਕੇਜਰੀਵਾਲ ਨਾ ਲਿਖਿਆ ਹੋਏ, ਜਿੱਥੇ ਝਾੜੂ ਨਾ ਦਿਖਦਾ ਹੋਏ। ਸਾਡੇ ਤਾਂ ਪੋਸਟਰ ਨਹੀਂ, ਸਾਧਨ ਨਹੀਂ, ਇਹ ਸਾਰੀਆਂ ਚੀਜ਼ਾਂ ਦੀ ਘਾਟ ਹੋਣ ਕਰਕੇ ਲੋਕਾਂ ਨੇ ਸੋਚਿਆ ਕਿ ਯਾਰ ਜੋ ਮਰਜ਼ੀ ਹੋ ਜੇ, ਬਾਦਲ ਤੇ ਕਾਂਗਰਸ ਨੂੰ ਨਹੀਂ ਆਉਣ ਦੇਣਾ ਹੈਗਾ, ਤੇ ਐਤਕੀ ਝਾੜੂ ਨੂੰ। ਪਰ ਜਦੋਂ ਮਾਨ ਸਾਹਿਬ ਜਿੱਤੇ ਸੀ ਉਸ ਟਾਈਮ ਦੇ ਵਿੱਚ ਵਜ਼ੀਰੀ ਕਿਉਂ ਨਹੀਂ ਸੰਭੀ?
ਲੋਕ ਇਹ ਸਵਾਲ ਕਰਦੇ ਨੇ ਕਿ ਉਸ ਟਾਈਮ ਦੇ ਵਿੱਚ ਇੱਕੇ ਅੜੀਅਲ ਰਵੱਈਏ ਨਾਲ ਚੱਲ ਕੇ ਅਸੀਂ 2.5 ਫੁੱਟ ਦੀ ਕਿਰਪਾਨ ਲੈ ਕੇ ਵਿਧਾਨ ਸਭਾ ਜਾਣਾ ਹੈ। ਜੇ ਲੋਕਾਂ ਨੇ ਤੁਹਾਨੂੰ ਜਿਤਾਇਆ ਸੀ, ਪਰ ਜਿਤਾਉਣ ਤੋਂ ਬਾਅਦ ਲੋਕਾਂ ਦੇ ਮੁੱਦੇ ਚੁੱਕਣੇ ਸੀ, ਚੁੱਕੀ ਤੁਸੀਂ ਕਿਰਪਾਨ ਹੈ। ਜੇ ਤੁਸੀਂ ਭਾਰਤ ਦੇ ਸੰਵਿਧਾਨ ਦੇ ਵਾਕਫ ਹੋ, ਉਹਦੇ ਵਿੱਚ ਧਾਰਾ 25 ਸੈਕਸ਼ਨ 2 ਦੇ ਵਿੱਚ ਜਿਹੜੀ ਐਕਸਪਲੇਨੇਸ਼ਨ ਦਿੱਤੀ ਹੈ, ਉਹਦੇ ਵਿੱਚ ਲਿਖਿਆ ਹੈਗਾ ਹੈ ਸਿਕਸ ਅਲਾਉਡ ਟੂ ਵੇਅਰ, ਜਿਹੜੀ ਆ ਮੈਂ ਛੋਟੀ ਕਿਰਪਾਨ ਪਾਈ ਹੋਈ ਹੈ, ਐਂਡ ਕੈਰੀ ਦਾ ਮਤਲਬ ਸਿਰੀ ਹੱਥ 'ਚ ਜਿਹੜੀ ਆਪਾਂ ਕੈਰੀ ਕਰਦੇ ਹਾਂ, ਉਹ ਸੰਵਿਧਾਨ 'ਚ ਲਿਖਿਆ। ਜੇ ਸਰ ਸਿਮਰਨਜੀਤ ਸਿੰਘ ਮਾਨ ਪਾਰਲੀਮੈਂਟ ਜਾਂਦੇ ਤੇ ਜਿਹੜੇ ਸੰਵਿਧਾਨਿਕ ਹੱਕ ਸਿੱਖਾਂ ਨੂੰ ਦਿੱਤੇ ਹੈ ਉਹਨਾਂ ਨੂੰ ਉੱਥੇ ਸਾਹਮਣੇ ਨਾ ਲੈ ਕੇ ਆਉਂਦੇ ਤੇ ਪਹਿਲਾਂ ਹੀ ਆਪਣੀ ਹਾਰ ਮਾਰ ਲੈਂਦੇ ਕਿ ਅਸੀਂ ਝੁਕਦੇ ਹਾਂ, ਤੁਸੀਂ ਕਹਿੰਦੇ ਹੋ ਕਿ ਆਪਦੇ ਸੰਵਿਧਾਨਿਕ ਹੱਕ ਆਪ ਤੁਸੀਂ ਗਵਾ ਕੇ ਅੰਦਰ ਸਾਨੂੰ ਆ ਜਾਓ, ਤਾਂ ਮੇਰਾ ਖਿਆਲ ਹੈ ਭਾਰਤ ਨੇ ਪ੍ਰਧਾਨ ਸਾਹਿਬ ਦੀ ਇੱਕ ਵੀ ਗੱਲ ਨਹੀਂ ਸੀ ਮੰਨਣੀ ਹੈਗੀ। ਜਦ ਉਹ ਆਪਣੀ ਤਲਵਾਰ ਲੈ ਕੇ ਗਏ, ਸਾਡੇ ਜਿਹੜੇ ਉਰੇ ਟੋੜੇ ਬਾਦਲ ਸੀਗੇ ਉਹ ਕਹਿੰਦੇ ਸੀ ਲੈ ਉੱਥੇ ਜਾ ਕੇ ਗੱਤਕਾ ਖੇਡਣਾ ਸੀ। ਗੱਤਕਾ ਖੇਡਣ ਦੀ ਗੱਲ ਨਹੀਂ ਸੀ, ਗੱਲ ਸੀਗੀ ਕਿ ਸੰਵਿਧਾਨ 'ਚ ਲਿਖਿਆ ਹੋਇਆ ਕਿ ਅਸੀਂ ਤਲਵਾਰ ਕੈਰੀ ਕਰ ਸਕਦੇ ਹਾਂ। ਹੁਣ ਉਹਦੇ ਨਤੀਜੇ ਕੀ ਪੈ ਰਹੇ ਆ? ਜਦ ਅਸੀਂ 에ਅਰਪੋਰਟ ਤੇ ਜਾਂਦੇ ਹਾਂ, ਅਸੀਂ ਕਿਰਪਾਨ ਲੈਂਦੇ ਹਾਂ, ਛੇਤੀ ਦੇਣੇ ਫੁੱਟਾ ਕੱਢ ਕੇ ਕਹਿੰਦੇ ਆ ਕਿ ਇਹ ਵੱਡੀ ਹੈ, ਛੋਟੀ ਹੈ, ਤੁਸੀਂ ਪਲੇਨ ਚੜ੍ਹ ਸਕਦੇ ਹੋ, ਨਹੀਂ ਚੜ੍ਹ ਸਕਦੇ ਹੋ। ਹਰਿਆਣੇ 'ਚ ਭਰਤੀ ਹੁੰਦੀ ਹੈ, ਕਹਿੰਦੇ ਘੜੇ ਲਾ ਕੇ ਜਾਓ। ਕਿਉਂ? ਕਿਉਂਕਿ ਸਿੱਖ ਆਪਣੇ ਹੱਕਾਂ ਤੇ ਪਹਿਰਾ ਦੇਣ ਨੂੰ ਤਿਆਰ ਹੀ ਨਹੀਂ ਰਹੇ। ਪ੍ਰਧਾਨ ਸਾਹਿਬ ਦਾ ਮਖੌਲ ਉਡਾਤਾ। ਦੂਜੀ ਵਾਰੀ ਜਦ ਸੰਗਰੂਰ ਤੋਂ ਜਿੱਤੇ ਆ, ਪ੍ਰਧਾਨ ਸਾਹਿਬ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੁੱਛਿਆ ਕਿ ਮੈਂ ਐਤਕੀ ਕਿਰਪਾਨ ਦੇ ਬਿਨਾਂ ਜਾਵਾਂ, ਉਹਨਾਂ ਨੇ ਕਿਹਾ ਹਾਂ ਚਲੇ ਜਾਓ। ਜਦ ਸਾਡੀ ਕੌਮ ਹੀ ਆਪਣੇ ਹੱਥੋਂ ਆਪਣੇ ਚਿੰਨ੍ਹ ਗਵਾਉਂਦੀ ਹੈ, ਫਿਰ ਤੁਹਾਨੂੰ ਕਹਿੰਦੀ ਹੈ, ਜਦ ਤੁਹਾਨੂੰ ਕਹਿੰਦੇ ਆ ਕਿ ਦਸਤਾਰ ਲਾ ਕੇ ਤੁਹਾਨੂੰ ਆਪਦੇ ਕੇਸ ਦਿਖਾਓ, ਆਪਣੇ ਕੜੇ ਲਾਓ, ਫਿਰ ਅਸੀਂ ਆਪਣੇ ਗੁਰੂ ਕੇ ਚਿੰਨ੍ਹ ਜਦ ਹਾਰਨ ਨੂੰ ਤਿਆਰ ਹੋਏ ਆ। ਮੈਂ ਸਮਝਦਾ ਕਿ ਇਹਦੇ ਵਿੱਚ ਸਰ ਸਿਮਰਨਜੀਤ ਸਿੰਘ ਮਾਨ ਦੀ ਕਮੀ ਨਹੀਂ ਸੀ, ਇਹ ਸਾਡੇ ਕੌਮ 'ਚ ਕਮੀ ਸੀ ਕਿ ਉਹਨਾਂ ਨੇ ਆਪਣੇ ਗੁਰੂ ਕੇ ਚਿੰਨ੍ਹ ਗਵਾ ਹਟੇ ਹੈਗੇ ਆ, ਤੇ ਹੁਣ ਅਸੀਂ ਤਰਸਦੇ ਆ ਕਿ ਸਾਡੇ ਉੱਤੇ ਜਾਤੀ ਹੁੰਦੀ ਹੈ। ਪਰ ਕਈ ਲੋਕ ਇਹ ਵੀ ਕਹਿ ਰਹੇ ਨੇ ਕਿ ਸਿਮਰਨਜੀਤ ਸਿੰਘ ਮਾਨ ਖਾਲਿਸਤਾਨ ਨੂੰ ਲੈ ਕੇ ਸਿਆਸਤ ਕਰਦੇ ਨੇ, ਹਰ 5 ਸਾਲ ਬਾਅਦ ਵਿਦੇਸ਼ੋਂ ਡਾਲਰ ਇਕੱਠੇ ਕਰਦੇ ਨੇ, ਆਪਣੇ ਘਰ ਬੈਠ ਜਾਂਦੇ। ਜੇ ਇੰਨੇ ਡਾਲਰ ਹੋਣ ਜੀ ਤਾਂ ਫਿਰ ਅਸੀਂ ਤਾਂ ਕੇਜਰੀਵਾਲ ਦੇ ਮੁਕਾਬਲੇ 'ਚ ਹੋਣਾ ਸੀਗਾ, ਪਰ ਬਾਹਰਲੇ ਜਿਹੜੇ ਡਾਲਰ ਹੈ ਉਹ ਗਏ ਤਾਂ ਆਮ ਆਦਮੀ ਪਾਰਟੀ ਨੂੰ ਹੈ। ਆਮ ਆਦਮੀ ਪਾਰਟੀ ਰੱਜੀ ਫੁੱਲੀ, ਸਾਰੇ ਕਿਤੇ ਐਡਵਰਟਾਈਜ਼ਮੈਂਟ, ਸੋਸ਼ਲ ਮੀਡੀਆ ਤੇ ਪੈਸੇ ਠੋਕ ਠੋਕ, ਹਰੇਕ ਥਾਂ 'ਚ ਗੋਰੇ ਚਿੱਟੇ ਰੰਗ ਚੱਡਾ ਆ ਕੇ ਉਰੇ ਤੁਹਾਨੂੰ ਟੀਵੀਆਂ ਤੇ ਮਿਲਦੇ ਆ। ਸਾਨੂੰ ਤਾਂ ਤੁਹਾਡੇ ਵਰਗੇ ਚੈਨਲ ਹੀ ਮੁੱਖ ਰੱਖਦੇ। 92 ਸੀਟਾਂ ਲੈ ਗਏ ਉਹ ਬਹੁਮਤ ਦੇ ਨਾਲ। ਦੇਖ ਲਓ ਜੀ, ਹੁਣ ਉੱਥੇ ਪੈਸਾ ਤਾਂ ਉਧਰ ਗਿਆ ਹੈਗਾ ਤੇ ਕਿਆ ਇਲਜ਼ਾਮ ਸਾਡੇ ਤੇ ਲਾ ਦੇਣਾ ਕਿ ਪੈਸੇ ਸਾਡੇ ਕੋਲੇ ਆਏ ਆ। ਇਹ ਤਾਂ ਜਾਤੀ ਹੈ ਜੀ, ਇਹ ਤਾਂ ਗਰੀਬੀ ਦੀ ਜਾਤੀ ਹੈ। ਜਦੋਂ ਯੂਕਰੇਨ ਤੇ ਰੂਸ ਦੀ ਲੜਾਈ ਲੱਗਦੀ ਹੈ, ਉਸ ਟਾਈਮ ਦੇ ਵਿੱਚ ਕਾਫੀ ਸਵਾਲ ਖੜੇ ਕੀਤੇ ਨੇ ਸਿਮਰਨਜੀਤ ਸਿੰਘ ਮਾਨ ਨੇ ਕਿ ਆਪਣਾ ਦੇਸ਼ ਛੱਡ ਕੇ ਨਾ ਆਓ। ਯੂਕਰੇਨ ਵਾਲਿਆਂ ਨੂੰ ਕਿਹਾ ਕਿ ਤੁਸੀਂ ਰੂਸ ਤੋਂ ਡਰੋ ਨਾ, ਉੱਥੇ ਲੜੋ, ਡਟੋ, ਭਾਵੇਂ ਭਾਰਤ ਦੇਸ਼ ਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਗਏ ਹੋਏ ਸੀ ਕਿ ਤੁਸੀਂ ਉਹਨਾਂ ਦਾ ਸਾਥ ਦਿਓ, ਕਿੱਥੇ ਤੁਸੀਂ ਉਹਨਾਂ ਦਾ ਨਮਕ ਖਾਧਾ। ਪਰ ਕਈ ਸਵਾਲ ਇਹ ਵੀ ਹੋਏ ਸੀ ਖੜੇ ਕਿ ਆਪਣੇ ਬੇਟੇ ਨੂੰ ਕਿਉਂ ਨਹੀਂ ਭੇਜਦੇ ਸਿਮਰਨਜੀਤ ਸਿੰਘ ਮਾਨ, ਤੁਸੀਂ ਜਾਣਾ ਚਾਹੇ ਸੀ? ਮੈਂ ਉਹਦੇ ਬਾਰੇ ਜ਼ਰੂਰ ਤੁਹਾਨੂੰ ਸਪਸ਼ਟੀਕਰਨ ਦਿੰਦਾ ਹੈਗਾ। ਜਿਹੜਾ ਰੂਸ ਹੈ ਉਹ ਮੁੱਢ ਤੋਂ ਇੱਕ ਜ਼ਬਰ ਤੇ ਧੱਕੇ ਨਾਲ ਚੱਲਦਾ ਹੋਇਆ ਦੇਸ਼ ਆ ਰਿਹਾ ਹੈਗਾ, ਜਿਹਦੇ ਵਿੱਚ ਦਮਿਤਰੀ ਉਤਸਨੋਵ ਜਿਹੜਾ ਇਹਨਾਂ ਦਾ ਡਿਫੈਂਸ ਮਿਨਿਸਟਰ ਹੁੰਦਾ ਸੀਗਾ, ਉਹਨੇ ਆ ਕੇ ਇੰਦਰਾ ਗਾਂਧੀ ਨੂੰ ਸਲਾਹ ਦਿੱਤੀ ਸੀਗੀ ਕਿ ਫੌਜ ਨੂੰ ਹਰਿਮੰਦਰ ਸਾਹਿਬ ਤੇ ਛੱਡੋ, ਜੰਗ ਪਾਓ ਪਾਕਿਸਤਾਨ ਨਾਲ, ਤੇ ਪੰਜਾਬ ਦੇ ਵਿੱਚੋਂ ਫੌਜ ਕੱਢਦਿਆਂ ਹੋਇਆ ਤੁਸੀਂ ਜਿਹੜੇ ਸਿੱਖ ਹੈਗੇ ਆ ਉਸ ਸਮੇਂ ਦੇ ਉਹਨਾਂ ਦਾ ਵਾਢਾ ਧਰ ਕੇ, ਇਹ ਉਹਦਾ ਹੱਲ ਸੀਗਾ। ਹਾਂਜੀ, ਜਿਹੜੀ ਰੂਸ ਦੀ ਸੋਚ ਹੈਗੀ ਹੈ ਉਹ ਜ਼ਬਰ ਤੇ ਹਿਊਮਨ ਰਾਈਟਸ ਦੇ ਬਰਖਲਾਫ ਹੈ, ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਨੂੰ ਸਿਖਾਇਆ ਸੀਗਾ ਕਿ ਹੱਕ ਹਕੂਕ ਤੇ ਪਹਿਰਾ ਦੇਣਾ ਹੈਗਾ। ਜੇ ਆਪਾਂ ਸਰ ਸਿਮਰਨਜੀਤ ਸਿੰਘ ਮਾਨ ਨੇ ਯੂਕਰੇਨ ਦੇ ਵਿੱਚ ਸਿੱਖਾਂ ਨੂੰ ਬੇਨਤੀ ਕੀਤੀ ਸੀ ਕਿ ਉੱਥੇ ਖੜੋ, ਉੱਥੇ ਪਹਿਰਾ ਦਿਓ, ਤਾਂ ਉਹਨਾਂ ਨੇ ਉਹ ਨੌਵੇਂ ਪਿਤਾ ਦੇ ਸੋਚ ਅਧੀਨ ਉਹ ਆਪਣੀ ਸਲਾਹ ਦਿੱਤੀ ਸੀਗੀ। ਫਿਰ ਜੇ ਇਹ ਸੋਚ ਹੁੰਦੀ ਕਿ ਆਪਾਂ ਨੇ ਕਿਸੇ ਹੋਰ ਦੇ ਹੱਕ ਤੇ ਪਹਿਰਾ ਨਹੀਂ ਦੇਣਾ, ਫਿਰ ਆਪਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਪ੍ਰਸ਼ਨ ਕਰਦੇ ਕਿ ਭਾਈ ਤੁਸੀਂ ਕਿਉਂ ਕਿਸੇ ਹੋਰ ਦੇ ਧਰਮ ਦੇ ਅਧੀਨ ਜਾ ਕੇ ਆਪਣਾ ਸੀਸ ਗਵਾ ਕੇ ਆਏ ਹੋ। ਇਹ ਸਵਾਲ ਉਹਨਾਂ ਤੇ ਵੀ ਲੱਗਣਾ ਸੀ। ਸੋ ਉਹਨਾਂ ਨੇ ਸਿੱਖੀ ਅਧੀਨ ਜੋ ਸਾਡੀ ਮਰਿਆਦਾ, ਜੋ ਸਾਡੀ ਸੋਚ ਹੈ, ਉੱਥੇ ਦੇ ਨੌਜਵਾਨਾਂ ਨੂੰ ਬੇਨਤੀ ਕੀਤੀ ਸੀਗੀ ਕਿ ਤੁਸੀਂ ਹੱਕ ਹਕੂਕ ਤੇ ਪਹਿਰਾ ਦਿਓ ਤੇ ਖੜੋ। ਜਿੱਥੇ ਤੱਕ ਮੇਰਾ ਸਵਾਲ ਹੈਗਾ, ਜੇ ਆਗਿਆ ਹੁੰਦੀ ਉੱਥੇ ਯੋਗਦਾਨ ਪਾ ਸਕਦੇ ਹੈਗੇ ਆ। ਅਸੀਂ ਬਾਰ-ਬਾਰ ਐਮਬੈਸੀ ਗਏ ਆ, ਉੱਥੇ ਕਿਸੇ ਨੇ ਕੋਈ ਜਵਾਬ ਦਿੱਤਾ ਨਹੀਂ ਹੈਗਾ ਉੱਥੇ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ ਹੈਗਾ। ਉਹਨਾਂ ਨੇ ਆਪਣੇ ਪੁੱਤ ਨੂੰ ਮਾਰਨ ਜਾਂ ਬਚਾਉਣ ਵਾਸਤੇ ਸਲਾਹ ਨਹੀਂ ਦਿੱਤੀ ਸੀਗੀ,
ਉਹਨਾਂ ਨੇ ਸਲਾਹ ਦਿੱਤੀ ਸੀਗੀ ਕਿ ਸਿੱਖ ਇਤਿਹਾਸ ਕੀ ਹੈਗਾ, ਸਿੱਖ ਮਰਿਆਦਾ ਕੀ ਹੈਗੀ ਹੈ, ਸਿੱਖ ਸੋਚ ਕੀ ਹੈਗੀ ਹੈ, ਉਹਦੇ ਅਧੀਨ ਹੋਰਾਂ ਦੇ ਹੱਕ ਹਕੂਕ ਦੇ ਪਹਿਰੇ ਦੇਣੇ ਸਾਡਾ ਫਰਜ਼ ਬਣਦਾ ਹੈ। ਤੇ ਸਾਨੂੰ ਪਤਾ ਹੈ ਰੂਸ ਦੇਸ਼ ਕਿਹੋ ਜਿਹਾ ਹੈ ਤੇ ਕਿਵੇਂ ਜ਼ਬਰ ਕਰਦਾ ਤੇ ਕਿਵੇਂ ਹੱਕਾਂ ਦੇ ਉੱਤੇ ਉਹ ਉਹਨਾਂ ਨੂੰ ਕੱਟ ਵੱਢ ਕੇ ਯੂਕਰੇਨੀਅਨ ਨੂੰ ਉਹਨਾਂ ਨੂੰ ਦਬਾ ਕੁਚਲ ਕੇ ਰੱਖਣਾ ਚਾਹੁੰਦਾ। ਉਹ ਆਜ਼ਾਦੀ ਦੇ ਬਰਖਲਾਫ ਆਪਣੇ ਸੰਗਤ ਨੂੰ ਬੇਨਤੀ ਕੀਤੀ ਸੀ। ਅੱਛਾ, ਖਾਲਿਸਤਾਨ ਦੀ ਤੁਹਾਡੀ ਮੰਗ ਹੁੰਦੀ ਹੈ ਕਿ ਅਸੀਂ ਵੱਖਰਾ ਸੂਬਾ ਬਣਾਉਣਾ ਹੈ, ਕਦੇ ਲੱਗਦਾ ਪੂਰੀ ਹੋਊਗੀ? ਜੇ ਇਹ ਸਵਾਲ ਤੁਸੀਂ ਫਤਿਹਗੜ੍ਹ ਸਾਹਿਬ ਜਦ ਛੋਟੇ ਸਾਹਿਬਜ਼ਾਦੇ ਚਣਾਤੇ ਸੀਗੇ ਉਦੋਂ ਕਿਸੇ ਨੂੰ ਕਹਿੰਦੇ ਕਿ ਕਦੀ ਸਿੱਖ ਮੁੜ ਕੇ ਇਸ ਧਰਤੀ ਦੇ ਉੱਤੇ ਰਾਜ ਕਰ ਸਕਣਗੇ ਤਾਂ ਉਦੋਂ ਕੀ ਜਵਾਬ ਆਉਣਾ ਸੀਗਾ, ਕੀ ਲੋਕ ਕਹਿੰਦੇ? ਠੀਕ ਹੈ ਨਾ ਜੀ। ਪਰ ਬਾਬਾ ਬੰਦਾ ਸਿੰਘ ਬਹਾਦਰ ਵੀ ਜੰਮਿਆ, ਉਹਨੇ ਵੀ ਬਣਾਇਆ ਹੈਗਾ। ਠੀਕ ਹੈ ਨਾ ਜੀ। ਜੇ ਤੁਸੀਂ 12 ਫਰਵਰੀ ਦੇ ਉੱਤੇ ਸੰਤ ਜਰਨੈਲ ਸਿੰਘ ਖਾਲਸਾ ਦਾ ਨਾਂ ਲੈ ਕੇ ਜਨਮ ਦਿਹਾੜਾ ਮਨਾਇਆ ਤਾਂ ਉਸ ਸਮੇਂ ਕਿਸੇ ਨੂੰ ਪੁੱਛਦੇ ਕਿ ਸੰਤ ਜਰਨੈਲ ਸਿੰਘ ਦਾ ਨਾਂ ਲੈ ਕੇ ਕਿਸੇ ਇਲਾਕੇ 'ਚ ਕੋਈ ਗੱਲ ਕਰ ਸਕੂਗਾ ਤਾਂ ਤੁਸੀਂ ਉਦੋਂ ਕੀ ਜਵਾਬ ਦੇਣਾ ਸੀਗਾ? ਪਰ ਅੱਜ ਸਾਰਿਆਂ ਨੇ ਟੀ-ਸ਼ਰਟਾਂ ਸੰਤ ਜਰਨੈਲ ਸਿੰਘ ਖਾਲਸਾ ਦੀਆਂ ਪਾਈਆਂ ਹੋਈਆਂ। ਦਿੱਲੀ ਦੇ ਸਰਹੱਦ ਤੇ ਜਾ ਕੇ ਤੁਸੀਂ ਸੰਤ ਜਰਨੈਲ ਸਿੰਘ ਖਾਲਸਾ ਦੇ ਆਵਾਜ਼ ਬੁਲੰਦ ਕੀਤੀ ਹੈਗੀ ਹੈ। ਲਾਲ ਕਿਲੇ ਦੇ ਉੱਤੇ ਕੇਸਰੀ ਝੰਡੇ ਤੁਸੀਂ ਚੜਾਤੇ ਹੈਗੇ ਆ। ਇਹ ਗੱਲ ਤੁਸੀਂ ਵਹਿਮ 'ਚ ਨਾ ਰਹੋ। ਜਿਹੜਾ ਗੁਰੂ ਸਾਹਿਬ ਦਾ ਤੋਰਿਆ ਹੋਇਆ ਚਾਲ ਹੈਗਾ, ਜੋ ਉਹਨਾਂ ਦੀ ਸੋਚ ਹੈਗੀ ਹੈ, ਉਹਨੇ ਮੂਹਰੇ ਆਉਣਾ ਹੀ ਆਉਣਾ ਹੈਗਾ। ਇੱਕ ਇਹੋ ਜਿਹੀ ਪਨੀਰੀ ਹੈ ਜਿਨੇ ਗੁਰੂ ਘਰ ਚੋਂ ਗੁਰੂ ਗ੍ਰੰਥ ਸਾਹਿਬ ਉਦਾਸੀਆਂ ਨਿਰਮਲਾਂ ਦੇ ਕੋਟੀਆਂ 'ਚ ਰਹੇ ਆ। ਸਿੱਖ ਤੁਹਾਨੂੰ ਜੰਗਲਾਂ 'ਚ ਟਾਵਾਂ ਮਿਲਦਾ ਹੁੰਦਾ ਸੀਗਾ। ਉਹਦੇ ਬਾਅਦ ਭਗੇਲ ਸਿੰਘ ਨੇ ਤੁਹਾਨੂੰ ਦਿੱਲੀ ਵੀ ਲੈ ਕੇ ਦਿੱਤਾ, ਮਹਾਰਾਜਾ ਰਣਜੀਤ ਸਿੰਘ ਨੇ ਰਾਜ ਵੀ ਲੈ ਕੇ ਦਿੱਤਾ ਹੈਗਾ। ਸੋ ਇਹਦੇ ਬਾਰੇ ਤੁਸੀਂ ਸ਼ੰਕਾ 'ਚ ਨਾ ਰਿਹਾ ਕਰੋ। ਪਰ ਜਗ੍ਹਾ ਜਗ੍ਹਾ ਜਦੋਂ ਖਾਲਿਸਤਾਨ ਲਿਖਿਆ ਹੁੰਦਾ ਹੈ, ਪੁਲਿਸ ਪਰਚੇ ਪਾਉਂਦੀ ਹੈ, ਨੌਜਵਾਨਾਂ ਮੁੰਡੇ ਚੁੱਕ ਕੇ ਲੈ ਜਾਂਦਾ ਹੈ, ਉੱਥੇ ਫਿਰ ਖਾਲਿਸਤਾਨ ਕਿਵੇਂ ਬਣੇਗਾ? ਨੌਜਵਾਨ ਡਰਦੇ ਨੇ ਕਿ ਰੋਜ਼ਾਨਾ ਸਾਨੂੰ ਟੌਰਚਰ ਕੀਤਾ ਜਾਂਦਾ ਹੈ। ਮੈਂ ਹੁਣੇ ਤੁਹਾਨੂੰ ਸਮਝਾਇਆ ਜੀ, ਜਦ ਗੁਰੂ ਕੇ ਸਪੁੱਤਰਾਂ ਨੂੰ ਗਲੀ ਕੰਨਾਂ 'ਚ ਚਣਾਤਾ ਸੀਗਾ, ਉੱਥੇ ਕਿੰਨਾ ਭੈ ਸੀਗਾ, ਕਿੰਨਾ ਡਰ ਸੀਗਾ। ਜਦ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਦੇ ਵਿੱਚ ਉਹਦੇ ਮੁੰਡੇ ਦਾ ਹਿਰਦੇ ਤੁੰਨਿਆ ਸੀਗਾ ਤੇ ਸਿੱਖ ਕਿਤੇ ਮਿਲਦੇ ਨਹੀਂ ਸੀਗੇ, ਫਿਰ ਮਹਾਰਾਜਾ ਰਣਜੀਤ ਸਿੰਘ ਕਿੱਥੋਂ ਆ ਗਏ, ਭਾਈ ਬਗੇਲ ਸਿੰਘ ਕਿੱਥੋਂ ਆ ਗਏ? ਇਹ ਬੂਟਾ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ 10 ਗੁਰੂ ਸਾਹਿਬਾਨਾਂ ਦਾ 11ਵਾਂ ਗੁਰੂ ਸਾਹਿਬ ਦੇ ਰੂਪ 'ਚ ਜਿਹੜਾ ਬਣਾਇਆ ਹੋਇਆ ਹੈ, ਇਹ ਕਿਤੇ ਨਹੀਂ ਰੁਕ ਸਕਦਾ ਹੈਗਾ। ਕਿਸੇ ਸ਼ੰਕਾ 'ਚ ਨਾ ਰਿਓ ਕਿ ਇਹ ਨਹੀਂ ਬਣੂਗਾ। ਇਹ ਦਿਮਾਗ 'ਚੋਂ ਕੱਢ ਦੋ ਗੱਲ। ਅੱਛਾ, ਗੁਰਪੰਥ ਪੰਨੂ ਦੇ ਬਿਆਨ ਨਾਲ ਸਹਿਮਤ ਹੋ? ਜਿਸ ਤਰੀਕੇ ਨਾਲ ਉਹ ਖਾਲਿਸਤਾਨ ਬਣਾਉਣ ਦੀਆਂ ਲਗਾਤਾਰ ਸਪੀਚਾਂ ਦਿੰਦੇ ਨੇ ਕਿ ਤੁਸੀਂ ਖਾਲਿਸਤਾਨ ਬਣਾ ਦਿਓ, ਉੱਥੇ ਝੰਡਾ ਲਾ ਦਿਓ, ਉੱਥੇ ਇਹ ਕਰ ਦਿਓ, ਇਸ ਨਾਲ ਸਿਮਰਨ ਸਿੰਘ ਮਾਨ ਤੇ ਤੁਸੀਂ ਸਹਿਮਤ ਹੋ? ਸਾਨੂੰ ਜਿਹੜਾ ਜਿਸ ਰੂਪ 'ਚ ਅਸੀਂ ਤੁਰਦੇ ਹਾਂ, ਸਾਡਾ ਜਿਹੜਾ ਢਾਂਚਾ ਹੈਗਾ, ਅਸੀਂ ਉਹ ਆਪਣਾ ਤੋੜ ਰਹੇ ਹਾਂ। ਹਾਂਜੀ, ਅਸੀਂ ਜ਼ਬਰ ਕਰ ਰਹੇ ਹਾਂ। ਗੁਰਪ੍ਰਤਾਪ ਸਿੰਘ ਪੰਨੂ ਨੇ ਜਿਹੜੇ IPS ਅਫਸਰ ਪੋਰਤੂਗਲ 'ਚ ਗਏ ਸੀਗੇ, ਕਾਨੂੰਨੀ ਕਾਰਵਾਈ ਨਾਲ ਐਂ ਭਜਾਏ। ਠੀਕ ਹੈ ਨਾ ਜੀ। ਉੱਥੇ ਕਹਿੰਦੇ ਸੀ ਅਸੀਂ ਖਾਲਿਸਤਾਨੀ ਫੜਨ ਗਏ ਹਾਂ, ਉਹਨੇ ਕੇਸ ਪਾ ਕੇ ਉਹਨਾਂ ਨੂੰ ਉੱਥੋਂ ਕਢਾਤਾ। ਜਦ ਬਾਦਲ ਦੇ ਉੱਤੇ ਕੇਸ ਪਾਇਆ ਹੈਗਾ, ਸਾਡਾ ਜਥੇਦਾਰ ਜੀਤ ਸਿੰਘ ਅਲਵਰਖ ਗੁਰਪ੍ਰਤਾਪ ਸਿੰਘ ਪੰਨੂ ਦੇ ਨਾਲ ਜਾ ਕੇ ਬਾਦਲਾਂ ਦੇ ਉੱਤੇ ਕੇਸ ਪਾਇਆ, ਉੱਥੋਂ ਭੱਜੇ ਆਏ। ਤੁਸੀਂ ਹੱਕ 'ਚੋਂ ਤੇ ਉਹ ਜਿਹੜੇ ਕਾਰਵਾਈ ਕਰਦੇ ਆ ਉਹ ਆਪਣੇ ਤੌਰ ਤੇ ਕਰਦੇ ਹੈਗੇ ਆ, ਉਹ ਆਪਣੀ ਸੋਚ ਦੀਨ ਕਰਦੇ ਹੈਗੇ ਆ। ਇੱਥੇ ਦੇ ਕਹਿੰਦੇ ਆ ਕਿ ਇਹ ਟੈਰਰਿਸਟ ਹੈ, ਪਰ ਇਹਨਾਂ ਦੀ ਭਾਈਵਾਲ ਤਾਂ ਅਮਰੀਕਾ ਦੇ ਨਾਲ ਹੈ। ਇਹਦਾ ਡਿਫੈਂਸ ਇੱਕ ਹੋਇਆ ਅਮਰੀਕਾ ਦੇ ਨਾਲ। ਜੇ ਉਹ ਟੈਰਰਿਸਟ ਹੈ, ਅਮਰੀਕਾ ਉਹਨਾਂ ਨੂੰ ਫੜਦਾ ਕਿਉਂ ਨਹੀਂ? ਅਮਰੀਕਾ ਉਹਨਾਂ ਦੇ ਉੱਤੇ ਕੇਸ ਕਿਉਂ ਨਹੀਂ ਪਾਉਂਦਾ? ਉੱਥੋਂ ਅਮਰੀਕਾ ਚੱਕ ਕੇ ਇੱਥੇ ਕਿਉਂ ਨਹੀਂ ਭੇਜਦਾ ਹੈਗਾ? ਇਹ ਤਾਂ ਸਾਰੇ ਡਰਾਬੇ ਪਾਏ ਹੋਏ ਆ ਸਰਕਾਰਾਂ ਨੇ, ਇਹਨਾਂ ਪੱਲੇ ਕੁਛ ਨਹੀਂ ਹੈਗਾ। ਇਹ ਆਪਣੇ ਜਿਹੜੇ ਉਰੇ ਕਾਣੇ ਅਫਸਰ ਹੈ ਉੱਥੇ ਭੇਜ ਨਹੀਂ ਸਕਦੇ ਹੈਗੇ, ਕਿਉਂਕਿ ਉੱਥੇ ਕੇਸ ਪੈ ਜਾਣਗੇ ਇਹਨਾਂ ਦੇ ਉੱਤੇ ਹਿਊਮਨ ਰਾਈਟਸ ਦੇ। ਜਿਹੜਾ ਆ ਹੁਣ ਮਰ ਗਿਆ ਹੈਗਾ ਤੁਹਾਡਾ ਅਜ਼ਾਰ ਆਲਮ, ਜਿਹੜਾ ਉਰੇ ਖੂਹਾਂ 'ਚ ਤੁਹਾਡੇ ਲਾਸ਼ਾਂ ਸੁੱਟਦਾ ਹੁੰਦਾ ਸੀ ਸਿਉਂਕ ਪਿੰਡ 'ਚ, ਜਿੰਨੇ ਬੰਦੇ ਵੱਡੇ ਹੋਏ ਸੀਗੇ, ਜਿਹੜਾ ਸੁਮੇਧ ਸੈਣੀ ਹੈ, ਇਹ ਜਾ ਕੇ ਤਾਂ ਦਿਖਾਣ ਉੱਥੇ, ਉਹਨੂੰ ਫੜ ਕੇ ਤਾਂ ਲੈ ਕੇ ਆਉਣ। ਅਮਰੀਕਾ ਕਿਹੜਾ ਕੋਈ ਰੋਕੂਗਾ ਜੇ ਕੋਈ ਉਗਰਵਾਦੀ ਹੈ? ਅਮਰੀਕਾ ਤਾਂ ਤੁਹਾਡਾ ਭਾਈਵਾਲ ਹੈ। ਫਿਰ ਇਹ ਐਵੇਂ ਗੱਪਾਂ ਉਰੇ ਮਾਰੀ ਜਾਂਦੇ ਹੁੰਦੇ ਆ। ਤਾਂ ਕਿਵੇਂ ਦੇਖਦੇ ਹੋ ਕਿ ਲਗਾਤਾਰ ਜਿਹੜੇ ਤੁਹਾਡੇ ਉੱਤੇ ਤੰਜ ਕੱਸਣ ਵਾਲੇ ਸ਼ਿਵ ਸੈਨਾ ਵਾਲੇ, ਨਿਸ਼ਾਂਤ ਸ਼ਰਮਾ ਹੋ ਗਏ, ਪ੍ਰਵਿੰਦਰ ਭੱਟੀ ਵਰਗੇ ਹੋ ਗਏ, ਉਹ ਕਹਿੰਦਾ ਜ਼ੋਰ ਲਾ ਲੈਣ, ਕਹਿੰਦਾ ਕਿ ਬੁੱਢਾ ਸ਼ੇਰ ਹੋ ਗਿਆ ਸਿਮਰਨ ਸਿੰਘ ਮਾਨ, ਹੁਣ ਖਾਲਿਸਤਾਨ ਨੂੰ ਭੁੱਲ ਜੇ,
ਲਗਾਤਾਰ ਤੁਹਾਡੇ ਸਿਰ ਤੇ ਸਿਕਿਉਰਟੀਆਂ ਦੇ ਰਹੇ ਨੇ, ਤੁਹਾਡੇ ਸਿਰ ਤੇ ਹੀ ਵਾਰ-ਵਾਰ ਇਹੀ ਸਪੀਚਾਂ ਕਰਦੇ ਨੇ, ਕਹਿੰਦਾ ਕਿ ਭੁੱਲ ਜੇ ਕਿ ਖਾਲਿਸਤਾਨ ਕਦੇ ਬਣੇਗਾ। ਯਾਰ ਇਹ ਕੌਣ ਹੈ, ਮੈਨੂੰ ਤਾਂ ਪਤਾ ਨਹੀਂ। ਸੋਸ਼ਲ ਮੀਡੀਆ ਤੇ ਰੋਜ਼ਾਨਾ ਤੁਹਾਡੇ ਬਾਰੇ ਤਾਂ ਬੋਲਦੇ ਨੇ। ਮੈਂ ਨਹੀਂ ਦੇਖਿਆ ਜ਼ਿਆਦਾ ਕੁਝ, ਪਤਾ ਨਹੀਂ ਕੌਣ ਹੈ ਇਹ। ਹੋਣਗੇ ਇਹੋ ਜਿਹੇ ਹੁੰਦੇ ਆ। ਹਾਂ, ਤੁਹਾਨੂੰ ਲੱਗਦਾ ਕਿ ਇਹਨਾਂ ਦਾ ਕੋਈ ਫਰਕ ਪੈਂਦਾ? ਮੈਂ ਜਾਣਦਾ ਨਹੀਂ ਜੀ ਇਹਨਾਂ ਨੂੰ। ਮੈਂ ਤਾਂ ਆਜ਼ਾਦ ਪੰਜਾਬ 'ਚ ਘੁੰਮਦਾ, ਭਾਰਤ 'ਚ ਘੁੰਮਦਾ ਹੈਗਾ, ਮੈਨੂੰ ਤਾਂ ਇਹਨਾਂ ਦਾ ਕੋਈ ਫਰਕ ਨਹੀਂ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਕਿੰਨੀ ਕੁ ਜਾਗ ਲੱਗੀ ਤੁਹਾਨੂੰ ਲੱਗਦਾ ਕਿ ਪੰਜਾਬੀਆਂ ਬਹੁਤ ਨੂੰ, ਜ਼ਿਆਦਾ, ਪੰਜਾਬੀਆਂ ਨੂੰ? ਬਹੁਤ ਜ਼ਿਆਦਾ। ਸੰਦੀਪ ਸਿੰਘ ਨੇ ਜਿਹੜਾ ਕੰਮ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਕੀਤਾ, ਸਰ ਸਿਮਰਨਜੀਤ ਸਿੰਘ ਮਾਨ ਨੂੰ ਨੇ ਉਹਨੂੰ ਜਾਗਰੂਕ ਰੱਖਿਆ ਤੇ ਉਹਦੇ ਉੱਤੇ ਪਹਿਰਾ ਦਿੱਤਾ, ਉਸ ਕੰਮ ਨੂੰ ਸੰਦੀਪ ਸਿੰਘ ਨੇ ਨੌਜਵਾਨ ਧਿਰ ਨੂੰ ਆਪਣੇ ਹੱਕ ਤੇ ਜ਼ਮੀਰ ਜਗਾਤੀ ਤੇ ਉਹਦੇ ਕਰਕੇ ਸਾਡੇ ਚੋਣਾਂ 'ਚ ਬਹੁਤ ਅਸਰ ਪਿਆ ਹੈਗਾ। ਉਹਦੇ ਕਰਕੇ ਨੌਜਵਾਨ ਧਿਰ ਬਹੁਤ ਇਸ ਸੋਚ ਨਾਲ ਜੁੜੀ ਹੈਗੀ ਹੈ। ਮੈਂ ਸਮਝਦਾ ਕਿ ਉਹਦਾ ਜਾਣਾ ਬਹੁਤ ਸਾਡੇ ਲਈ ਘਾਟ ਵੀ ਰਹੀ ਹੈ, ਸੋਚ ਲਈ ਘਾਟ ਵੀ ਰਹੀ ਹੈ, ਪਰ ਜਿੰਨਾ ਉਹ ਕਰ ਵੀ ਗਏ ਆ ਉਹ ਵੀ ਮੈਂ ਕਹਿੰਦਾ ਬਹੁਤ ਜ਼ਿਆਦਾ ਉਹ ਕਰ ਗਏ ਹੈਗੇ ਆ। ਅੱਜ ਦੀ ਜਿਹੜੀ ਗੱਲ ਉੱਭਰੀ ਹੈ ਤੇ ਤੁਰਦੀ ਹੈ, ਮੇਰਾ ਖਿਆਲ ਸੰਦੀਪ ਸਿੰਘ ਦੇ ਨਾਂ ਤੇ ਉੱਭਰਦੀ ਹੈ। ਸਿਮਰਜੀਤ ਸਿੰਘ ਮਾਨ ਨੇ ਜਦੋਂ ਤੋਂ ਮੰਗ ਚੁੱਕੀ ਹੈ ਅਲੱਗ ਤੋਂ ਸੂਬਾ ਬਣਾਉਣ ਦੀ, ਕੁਝ ਖੱਟਿਆ, ਕੇਸ ਖੱਟੇ ਨੇ ਜਾਂ ਫਿਰ ਸਿੱਖ ਖੱਟੇ ਨੇ ਜਾਂ ਫਿਰ ਜਿਹੜੀ ਸ਼ੌਹਰਤ ਆਈ ਹੈ ਜਾਂ ਫਿਰ ਜਿਸ ਤਰੀਕੇ ਨਾਲ ਲਗਾਤਾਰ ਤੁਹਾਨੂੰ ਸਪੀਚਾਂ ਦੇ ਵਿੱਚ ਬੁਲਾਇਆ ਜਾਂਦਾ ਜਾਂ ਉਹ ਖੱਟਿਆ? ਖੱਟਿਆ ਕੀ ਹੈ? ਖੱਟਿਆ ਇਹੀ ਹੈ ਕਿ ਆਪਣੇ ਗੁਰੂ ਦੀ ਸੋਚ ਤੇ ਪਹਿਰਾ ਦਿੱਤਾ ਹੈ। ਅੱਜ ਮੈਂ ਆਪਣੇ ਵੀਰਾਂ 'ਚ ਬੈਠਾ, ਮੈਨੂੰ ਸੱਦਾ ਆਇਆ, ਮੈਂ ਉਰੇ ਆਇਆ, ਮੈਨੂੰ ਫਤਿਹ ਦੀ ਸਾਂਝ ਮਿਲ ਗਈ ਹੈਗੀ ਹੈ, ਜਿੱਥੇ ਜਾਈਦਾ ਫਤਿਹ ਮਿਲਦੀ ਹੈ। ਹੁਣ ਇਸ ਤੋਂ ਜ਼ਿਆਦਾ ਕੀ ਬੰਦਾ ਖੱਟ ਸਕਦਾ ਹੈਗਾ? ਉਹ ਕਈ ਮਰਸਡੀਆਂ 'ਚ ਬੈਠ ਕੇ ਬਾਹਰੋਂ ਫਤਿਹ ਬੁਲਾ ਲੈਂਦੇ ਹੈਗੇ ਆ, ਸਾਨੂੰ ਸੰਗਤ ਬੁਲਾ ਕੇ ਉੱਥੇ ਫਤਿਹ ਬੁਲਾ ਲੈਂਦੀ ਹੈ, ਇਹੀ ਕੱਟੀ ਨਾ ਹੁੰਦਾ। 15 ਸਾਲ ਤੱਕ ਦੱਸਿਆ ਜਾ ਰਿਹਾ, ਇੱਕ ਪੋਸਟ ਵਾਇਰਲ ਹੋ ਰਹੀ ਕਿ 15 ਸਾਲ ਤੱਕ ਭਾਰਤ ਦੇਸ਼ ਨੂੰ ਇੱਕ ਤਰ੍ਹਾਂ ਦੀ ਬੋਲੀ ਦੇ ਨਾਲ ਗਿਣਿਆ ਜਾਣਾ ਹੈ, ਹਿੰਦੂ ਰਾਸ਼ਟਰ ਦੇ ਨਾਲ। ਲੱਗਦਾ ਤੁਹਾਨੂੰ? ਮੈਂ ਤਾਂ ਪੰਜਾਬੀ ਉਹ ਬੋਲੂੰਗਾ ਭਾਈ ਸਾਹਿਬ ਜੀ, ਮੈਂ ਗੁਰਮੁਖੀ ਦੀ ਲਿਪੀ ਨੂੰ ਮੰਨਦਾ ਹੈ, ਪੰਜਾਬੀ ਬੋਲਦਾ। ਜੇ 15 ਸਾਲ ਜਿਉਂਦਾ ਰਿਹਾ ਫਿਰ ਤਾਂ ਇਹ ਝੂਠੀ ਹੋਊਗੀ। ਪੰਜਾਬੀਆਂ ਦਾ ਜਿਹੜਾ ਪੰਜਾਬ ਦਾ ਚੰਡੀਗੜ੍ਹ ਰਾਜਧਾਨੀ ਹੈ, ਇਹ ਜਾਣ ਦੇ ਵਿੱਚ ਕਿਸ ਦਾ ਹੱਥ ਹੈ? ਜੇ ਲਗਾਤਾਰ ਅਮਿਤ ਸ਼ਾਹ ਵੱਲੋਂ ਬਿਆਨ ਦਿੱਤਾ ਗਿਆ ਕਿ ਚੰਡੀਗੜ੍ਹ ਦੇ ਉੱਤੇ ਕੇਂਦਰ ਦਾ ਹੁਕਮ ਚੱਲੇਗਾ, ਇਹਦੇ ਪਿੱਛੇ ਕਿਸ ਦਾ ਹੱਥ ਹੈ? ਜਦ ਪੰਜਾਬੀ ਸੂਬਾ ਮੋਰਚਾ ਚੱਲਿਆ, ਉਹਦੇ ਵਿੱਚ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੋ ਧਿਰਾਂ ਬਣ ਗਈਆਂ ਸੀਗੀਆਂ। ਜਿਹੜੀ ਆਰੀਆ ਸਮਾਜ ਨੇ ਆਪਣੇ ਧਰਮ ਨੂੰ ਤਬਦੀਲ ਕਰਕੇ ਪਰਿਵਰਤਨ ਕਰਨ ਦਾ ਸ਼ੁੱਧੀ ਦੇ ਪ੍ਰੋਗਰਾਮ ਤੋਰੇ ਸੀਗੇ, ਉਹਦੇ ਵਿੱਚ ਸਿੱਖਾਂ ਨੂੰ ਨਾਲ ਇਹਨਾਂ ਨੇ ਤੋਰਿਆ ਸੀਗਾ। ਪਰ ਜਦੋਂ ਸਿੱਖਾਂ ਨੇ ਆਰੀਆ ਸਮਾਜ, ਬ੍ਰਹਮ ਸਮਾਜ ਦੇ ਬੋਲੀ ਸ਼ਬਦਾਵਲੀ ਆਪਣੇ ਗੁਰੂਆਂ ਪ੍ਰਤੀ ਦੇਖੀ, ਉਹਨਾਂ ਨੂੰ ਇਹ ਸਮਝ ਆ ਗਈ ਕਿ ਇਹ ਉੱਚ ਜਾਤੀ ਦੀ ਸੰਸਕ੍ਰਿਤ ਬਾਹਮਣਵਾਦ ਸੋਚ ਅਧੀਨ ਇਹ ਸੋਚ ਉੱਭਰ ਰਹੀ ਹੈਗੀ ਹੈ। ਤੇ ਉਹਦੇ ਮੁਕਾਬਲੇ ਸਿੰਘ ਸਭਾ, ਗਿਆਨੀ ਦਿੱਤ ਸਿੰਘ ਵਰਗੇ, ਪ੍ਰੋਫੈਸਰ ਗੁਰਮੁਖ ਸਿੰਘ ਵਰਗੇ ਉਦੋਂ ਉੱਠੇ ਸੀਗੇ, ਜਿਨ੍ਹਾਂ ਨੇ ਜਾ ਕੇ ਭਾਰਤ ਦੇ ਵਿੱਚ ਸਭ ਤੋਂ ਪਹਿਲੀ ਜਮਹੂਰੀਅਤ ਪਸੰਦ ਸੰਸਥਾ ਜਿਹੜੀ SGPC ਆ ਉਹ ਖੜੀ ਕਰਤੀ ਸੀਗੀ। ਔਰ ਇਹ ਜਿਹੜੀ ਸੋਚ ਸਿੰਘ ਸਭਾ ਦੀ ਹੈ, ਇਹ ਹਮੇਸ਼ਾ ਉਹ ਆਰੀਆ ਸਮਾਜੀ ਦੇ ਸੋਚ ਦੇ ਬਰਖਲਾਫ ਚੱਲੀ ਹੈ, ਜਿਹੜਾ ਹਿੰਦੁਸਤਾਨ ਕਹਿੰਦਾ ਸੀਗਾ। ਸਾਨੂੰ ਤਾਂ ਗੁਰੂ ਸਾਹਿਬ ਇਹ ਵੀ ਹੁਕਮ ਕਰਦੇ ਹੈਗੇ ਆ, ਰਾਮ ਰਹੀਮ, ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ, ਠੀਕ ਹੈ ਨਾ ਜੀ। ਤੇ ਅਸੀਂ ਜਿਹੜੀ ਸੋਚ ਤੇ ਤੁਰਦੇ ਹੈਗੇ ਆ, ਉਹ ਭਗਤ ਰਵਿਦਾਸ ਦੀ ਜੀ ਹੈਗੀ ਹੈ, ਜਿਸ ਨੇ ਮਨੁੱਖਤਾ ਨੂੰ ਰੱਬ ਨਾਲ ਇੱਕ ਜੋੜਿਆ ਹੈਗਾ। ਸਾਡੇ ਵਿੱਚ ਵਿਚੋਲੇ ਨਹੀਂ ਪਾਏ, ਊਚ ਨੀਚ ਨਹੀਂ ਪਾਇਆ ਹੈਗਾ। ਸਾਨੂੰ ਕੋਈ ਸੰਸਕ੍ਰਿਤ ਦਾ ਗਿਆਨ ਦੀ ਲੋੜ ਨਹੀਂ। ਗੁਰੂ ਅੰਗਦ ਸਾਹਿਬ ਨੇ ਸਾਨੂੰ ਗੁਰਮੁਖੀ ਦੀ ਲਿਪੀ ਔਰ ਪੰਜਾਬੀ ਦੀ ਬੋਲੀ ਦੇ ਵਿੱਚ ਗੁਰੂ ਸਾਹਿਬ ਸਾਨੂੰ ਦਿੱਤੇ ਹੋਏ ਆ। ਸੋ ਜਿਹੜਾ ਸਾਡਾ ਰਾਹ ਹੈਗਾ ਉਹ ਵੇਦਾਂ, ਗ੍ਰੰਥਾਂ, ਹੋਰਾਂ ਦੇ ਵੇਦਾਂ ਤੇ ਕੁਰਾਨਾਂ ਦੇ ਅਧੀਨ ਨਹੀਂ ਹੈ। ਸਾਡੀ ਗੁਰੂ ਗ੍ਰੰਥ ਸਾਹਿਬ ਦੇ ਅਧੀਨ ਸਾਡੀ ਸੋਚ ਚੱਲਦੀ ਹੈਗੀ ਹੈ। ਔਰ ਇਹ ਸੋਚ ਦੇ ਮਗਰ ਮਨੁੱਖਤਾ ਨੂੰ ਇੱਕ ਪੱਧਰ ਤੇ ਸਾਨੂੰ ਸਥਾਪਿਤ ਕੀਤਾ, ਜਿਸ ਕਰਕੇ ਅਸੀਂ ਸਮਝਦੇ ਹੈਗੇ ਆ ਕਿ ਮਾਨਸ ਕੀ ਜਾਤ ਸਭੇ ਹੈ, ਏਕ ਸਰਬੱਤ ਦੇ ਭਲੇ ਦਾ ਇੱਕੋ ਹੱਲ ਹੈਗਾ। ਉਹ ਦਸਮ ਪਿਤਾ ਦਾ ਹੁਕਮ, ਖਾਲਸਾ ਰਾਜ, ਖਾਲਿਸਤਾਨ, ਨਾ ਕਿ ਜਾਤ ਪਾਤ ਦੇ ਵਿੱਚ ਵੰਡ ਕੀਤਾ ਹੋਇਆ, ਊਚ ਨੀਚ ਦੇ ਵਿੱਚ ਸਾਨੂੰ ਵੰਡਿਆ ਹੋਇਆ। ਉਹ ਹਿੰਦੂ ਸਮਾਜ ਜਿਸ ਨੇ ਇਹੋ ਜਿਹੇ ਮਨੂ ਨੇ ਵਚਨ ਕੀਤੇ ਹੈਗੇ ਆ ਕਿ ਕੋਈ ਸ਼ੂਦਰ ਜਿੱਥੇ ਰਾਜ ਕਰਦਾ ਉਸ ਦੇਸ਼ 'ਚ ਰਹਿਣ ਦਾ ਸਾਨੂੰ ਬਹੁਤ ਵੱਡਾ ਪਾਪ ਮਿਲਦਾ ਹੈਗਾ, ਜਿਹੜਾ ਕਹਿੰਦਾ ਹੈ ਕਿ ਸ਼ੂਦਰ
ਕੀ ਕਹਿੰਦੇ ਆ ਉਹਦੀ ਜਨਾਨੀ ਆਪਣੀ ਛਾਤੀ ਨੰਗੀ ਕਰਕੇ ਬਾਹਮਣ ਦੇ ਸਾਹਮਣੇ ਪੇਸ਼ ਹੋਵੇ, ਜਿਹੜਾ ਕਹਿੰਦਾ ਹੈ ਕਿ ਜੇ ਸ਼ੂਦਰ ਕੋਈ ਮਾੜੀ ਚੀਜ਼ ਸੋਚੇ ਵੀ ਬਾਹਮਣ ਦੇ ਬਰਖਲਾਫ ਤੇ ਬਾਹਮਣ ਨੂੰ ਮਹਿਸੂਸ ਹੋਏ ਉਹਦੀ ਜੀਭ ਕੱਟ ਦੋ, ਜਿਹੜਾ ਇਹੋ ਜਿਹਾ ਜਬਰ 2000-3000 ਸਾਲਾਂ ਦੇ ਸਮਾਜ ਨੇ ਸਾਡੇ ਉੱਤੇ ਹੰਢਾਇਆ ਹੈਗਾ, ਜਿਹੜਾ ਸਾਨੂੰ ਸਮਾਜ ਨੂੰ ਇੰਨਾ ਕਮਜ਼ੋਰ ਕਰਤਾ ਕਿ ਹਰੇਕ ਬਾਹਰਲਾ ਆ ਕੇ ਸਾਡੇ ਉੱਤੇ ਰਾਜ ਕਰ ਸਕਦਾ ਸੀਗਾ, ਉਸ ਰਾਜ ਅਧੀਨ ਤੁਸੀਂ ਜੇ ਸੋਚਦੇ ਹੋ ਕਿ ਦੇਸ਼ ਚੱਲ ਸਕਦੇ ਆ, ਇਹ ਤੁਹਾਡੇ ਭੁਲੇਖੇ ਆ ਜੀ। ਪਰ ਜਿਹੜਾ ਆਜ਼ਾਦ ਗੁਰੂ ਕਾ ਸਿੱਖ ਆਜ਼ਾਦ ਸੋਚ ਅਧੀਨ ਚੱਲਦਾ ਹੈ ਉਹ ਨਹੀਂ ਇਹਨੂੰ ਸਵੀਕਾਰ ਕਰ ਸਕਦਾ ਹੈਗਾ। ਅਸੀਂ ਕਿਵੇਂ ਉਹ ਵਾਪਸ ਗੁਲਾਮੀ 'ਚ ਜਾ ਸਕਦੇ ਹੈਗੇ ਆ ਜਿਹੜੀ ਸੰਸਕ੍ਰਿਤ ਉੱਚ ਬਾਹਮਣ ਦੀ ਹੋਵੇ, ਜਿਹੜੀ ਸਾਨੂੰ ਜਾਤ ਪਾਤ ਤੇ ਰੂਪ 'ਚ ਵੰਡ ਕੇ ਰੱਖ ਸਕੇ। ਸਾਡਾ ਨਹੀਂ ਉਹਦੇ ਨਾਲ ਕੋਈ ਚੱਲਦਾ। ਚੋਣਾਂ ਹਾਰ ਕੇ ਸਿਮਰਨ ਸਿੰਘ ਮਾਨ ਥੱਕ ਤਾਂ ਨਹੀਂ ਗਏ ਕਿਤੇ? ਹੁਣ ਖੜੂਗੇ 5 ਸਾਲ ਬਾਅਦ? ਜਿੱਦਣ ਨਾ ਖੜੇ ਉਦੋਂ ਸਵਾਲ ਪੁੱਛ ਲਿਓ ਜੀ, ਉਸ ਤੋਂ ਪਹਿਲਾਂ ਪੁੱਛਣ ਦਾ ਕੀ ਫਾਇਦਾ? ਨਹੀਂ ਵੈਸੇ ਤੁਸੀਂ ਤੁਹਾਡੇ ਨਾਲ ਤਾਂ ਹੁੰਦੇ ਹੀ ਆ ਵਿਚਾਰ, ਤੁਸੀਂ ਦੱਸੋ। ਮੇਰੇ ਚ ਕਦੇ ਮਨ ਚ ਹੋਇਆ ਹੋਵੇ ਕਿ ਛੱਡੋ ਕਿ ਹੁਣ ਕੌਮ ਪਿੱਛੇ ਲੜਨ ਤੋਂ? ਮੇਰੇ ਚ ਤਾਂ ਜ਼ਰੂਰਤ ਨਹੀਂ ਹੋਈ ਉਹਨਾਂ ਨੂੰ ਇਹੋ ਜਿਹਾ ਸਵਾਲ ਪੁੱਛਣ ਨੂੰ। ਤੁਸੀਂ ਪੁੱਛ ਲਿਓ ਕਿਸ ਦਿਨ ਦੀ। ਤੁਸੀਂ ਚਲੋ ਉਹ ਤਾਂ ਜੇ ਤੁਸੀਂ ਕੋਈ ਮੋਰਚੇ ਲਾਣੇ ਤਾਂ ਗੱਲ ਕਰੋ ਮੇਰੇ ਨਾਲ, ਕਿਤੇ ਜਾ ਕੇ ਕੋਈ ਜਬਰ ਜਨਾਹ ਦੇ ਬਰਖਲਾਫ ਖੜਨਾ ਤਾਂ ਉਹਨਾਂ ਨੂੰ ਮੂਹਰੇ ਕਰ ਲੈਂਦੇ ਆ। ਪਰ ਜੇ ਤੁਸੀਂ ਐਸ਼ੋ ਆਰਾਮ ਤੇ ਉਹਦੀਆਂ ਗੱਲਾਂ ਕਰਨੀਆਂ ਫਿਰ ਤੁਸੀਂ ਆਪ ਪੁੱਛ ਲਓ, ਮੈਂ ਤਾਂ ਨਹੀਂ ਪੁੱਛਦਾ, ਮੈਂ ਤਾਂ ਡਰਦਾ। ਅੱਛਾ, ਬਰਗਾੜੀ ਦੇ ਵਿੱਚ ਕੀ ਚੱਲ ਰਿਹਾ ਹੁਣ? ਬਰਗਾੜੀ ਚ ਆ 2 ਦਿਨ ਪਹਿਲਾਂ ਉੱਥੇ ਗ੍ਰਿਫਤਾਰੀਆਂ ਦੇ ਕੇ ਆਏ ਪ੍ਰਧਾਨ ਸਾਹਿਬ ਨਾਲ ਸੀਗੇ। ਨਹੀਂ ਬਰਗਾੜੀ ਦਾ ਲੱਗਦਾ ਕੋਈ ਮੁੱਦਾ, ਕੋਈ ਹੱਲ ਨਿਕਲੇਗਾ ਇਸ ਦਾ? ਕਿ ਲਗਾਤਾਰ ਪਹਿਲਾਂ ਵੀ ਦਾਦੂਵਾਲ ਸਾਹਿਬ ਦੀ ਗੱਲ ਕਰੀਏ ਜਾਂ ਹੋਰ ਦੀ ਗੱਲ ਕਰੀਏ, ਉਹਨਾਂ ਨੇ ਵੀ ਇੱਕ ਤਰ੍ਹਾਂ ਲੋਕ ਕਹਿੰਦੇ ਨੇ ਕਿ ਸੰਗਤ ਕਹਿੰਦੀ ਹੈ ਕਿ ਸਿਆਸਤ ਖੇਲੀ ਹੈ, ਕਿ ਉਸ ਟਾਈਮ ਕਾਂਗਰਸ ਦੀ ਗੱਲਾਂ ਦੇ ਵਿੱਚ ਆਣ ਕੇ ਮੋਰਚਾ ਚੁੱਕਦਾ ਨਾ। ਬਰਗਾੜੀ ਦਾ ਮੋਰਚਾ ਹਜੇ ਬੰਦ ਹੋਇਆ, ਅੱਜ ਵੀ ਗ੍ਰਿਫਤਾਰੀਆਂ ਹੋਈਆਂ, ਕੱਲ ਵੀ ਹੋਣੀਆਂ। ਉਹ ਗੁਰੂ ਸਾਹਿਬ ਨਾਲ ਬੇਅਦਬੀਆਂ ਹੋਈਆਂ, ਸਿੱਖ ਕਦੀ ਭੁੱਲਣਗੇ ਨਹੀਂ, ਉਹਦੇ ਹੱਲ ਕੱਢ ਕੇ ਅਸੀਂ ਹਟਾਂਗੇ। ਇਨਸਾਫ ਲੱਗਦਾ ਹੈ ਆਮ ਆਦਮੀ ਪਾਰਟੀ ਦੇਗੀ ਬਰਗਾੜੀ ਦੇ ਮੋਰਚੇ ਦੇ? ਦੇਖੋ ਸਰ ਸਾਹਿਬ, ਜਿਹੜੀ ਚੀਜ਼ ਦਾ ਮੈਂ ਹਿੱਸਾ ਨਹੀਂ ਉਹਦੇ ਬਾਰੇ ਮੈਂ ਕੋਈ ਬਿਆਨ ਨਹੀਂ ਦਿੰਦਾ, ਪਰ ਜੇ ਤੁਸੀਂ ਐ ਪੁੱਛਦੇ ਹੋ ਕਿ ਤੁਸੀਂ ਇਨਸਾਫ ਲਏ ਬਿਨਾਂ ਹਟਦੇ ਹੋ, ਮੇਰਾ ਜਵਾਬ ਹੈ ਕਿ ਅਸੀਂ ਨਹੀਂ ਹਟਣਾ। ਇੱਥੇ ਅੜ ਕੇ ਖੜੇ ਅਸੀਂ ਤਾਂ ਖੜੇ ਹੀ ਹਾਂ ਜੀ, ਉਦੋਂ ਦੇ ਖੜੇ ਹਾਂ। ਠੀਕ ਹੈ, ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਸਨ ਸਿਮਰਨ ਸਿੰਘ ਮਾਨ ਦੇ ਸਪੁੱਤਰ ਇਮਾਨ ਸਿੰਘ ਮਾਨ, ਜਿਨ੍ਹਾਂ ਵੱਲੋਂ ਦੱਸਿਆ ਗਿਆ ਕਿ ਸਾਨੂੰ ਕੌਮ ਹਰਾਉਂਦੀ ਹੈ, ਅਸੀਂ ਨਹੀਂ ਹਾਰਦੇ, ਅਸੀਂ ਹਰ 5 ਸਾਲ ਬਾਅਦ ਇਸ ਤਰੀਕੇ ਦੇ ਨਾਲ ਹੀ ਲੋਕਾਂ ਨੂੰ ਜਾਗਰੂਕ ਕਰਨਾ ਹੈ, ਭਾਵੇਂ ਚੋਣਾਂ ਰਾਹੀਂ ਹੋਈ ਜਾਂ ਕਿਤੇ ਮੋਰਚੇ ਲਾਣੇ ਹੋਣ, ਤਾਂ ਇਸ ਤਰੀਕੇ ਦੇ ਹੀ ਮੋਰਚੇ ਲਾਉਂਦੇ ਰਹਾਂਗੇ। ਜਿਸ ਤਰੀਕੇ ਦੀ ਸਿਮਰਨ ਸਿੰਘ ਮਾਨ ਦੀ ਸੋਚ ਹੈ, ਉਸ ਤੋਂ 10 ਗੁਣਾ ਉੱਪਰ ਦੀ ਸੋਚ ਉਹਨਾਂ ਦੇ ਬੇਟੇ, ਉਹਨਾਂ ਦੇ ਸਪੁੱਤਰ ਇਮਾਨ ਸਿੰਘ ਮਾਨ ਦੀ ਹੈ ਕਿ ਅਸੀਂ ਖਾਲਿਸਤਾਨ ਦੀ ਮੰਗ ਕਰਦੇ ਰਹਾਂਗੇ, ਕਰਦੇ ਹਾਂ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਖਾਲਿਸਤਾਨ ਬਣਾ ਕੇ ਹਟਾਂਗੇ। ਤਾਂ ਹੁਣ ਦੇਖਦੇ ਹਾਂ ਕਿ ਲਗਾਤਾਰ ਮੰਗਾਂ ਤਾਂ ਉੱਠ ਰਹੀਆਂ ਨੇ, ਨੌਜਵਾਨਾਂ ਦੇ ਵਿੱਚ ਦੀਪ ਸਿੱਧੂ ਵੀ ਇੱਕ ਜੋਸ਼ ਭਰ ਕੇ ਗਿਆ, ਪਰ ਉਸ ਸੋਚ ਦੇ ਨਾਲ ਕਿੰਨਾ ਕੁ ਹੁਣ ਇਹਨਾਂ ਦੀ ਜਿਹੜੀ ਕਾਫੀ ਲੰਬੇ ਸਮੇਂ ਤੋਂ ਮੰਗ ਹੈ ਪੂਰੀ ਹੁੰਦੀ ਹੈ। ਤੁਹਾਡੇ ਨਾਲ ਕੈਮਰਾਮੈਨ ਜਸ਼ਨ ਦੇ ਨਾਲ।